ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 36 ਦੇਖਣ ਲੱਗੇ ਹਾਂ। ਅੱਜ ਤੁਹਾਨੂੰ ਮੈਂ ਕੋਸਟ ਅਕਾਊਂਟਿੰਗ ਦੇ ਕੁਝ ਟਰਮ ਸਮਝਾਵਾਂਗਾ ਕਿਉਂਕਿ ਕਈ ਜਿਹੜੇ ਨੌਨ ਕਮਰਸ ਸਟੂਡੈਂਟ ਹੈ ਉਹਨਾਂ ਨੂੰ ਨਹੀਂ ਸਮਝ ਆ ਸਕਦਾ ਕਿ ਕੋਸਟ ਫਿਕਸਡ ਕੋਸਟ ਕਿਹਨੂੰ ਕਹਿੰਦੇ ਹੈ। ਠੀਕ ਹੈ ਨਾ ਫਰੈਂਡਸ, ਇੰਡਾਇਰੈਕਟ ਕੋਸਟ ਕਿਹਨੂੰ ਕਹਿੰਦੇ ਹੈ, ਡਾਇਰੈਕਟ ਕੋਸਟ ਕਿਹਨੂੰ ਕਹਿੰਦੇ ਹੈ। ਠੀਕ ਹੈ, ਤਾਂ ਉਹਨਾਂ ਬੱਚਿਆਂ ਨੂੰ ਵੀ ਸਮਝਾਉਣਾ ਜ਼ਰੂਰੀ ਹੈ। ਅਤੇ ਜਿਹੜੇ ਬੱਚੇ ਕਮਰਸ ਬੈਕਗਰਾਊਂਡ ਦੇ ਨੇ ਉਹਨਾਂ ਨੂੰ ਇੱਕ ਵਾਰੀ ਰਿਵੀਜ਼ਨ ਹੋ ਜਾਏਗੀ। ਠੀਕ ਹੈ ਨਾ ਫਰੈਂਡਸ, ਕਿਉਂਕਿ ਜਿਹੜੇ ਬਾਕੀ ਕੰਸੈਪਟ ਹੈ ਨਾ ਥੋੜ੍ਹੇ ਫਾਰਮੂਲੇ ਵਾਈਜ਼ ਹੈ। ਉਹ ਫਾਰਮੂਲੇ ਵਾਲੇ ਕਰਾਉਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਹਾਨੂੰ ਇੱਕ ਵਾਰੀ ਅਕਾਊਂਟਿੰਗ ਟਰਮਸ ਕੋਸਟ ਅਕਾਊਂਟਿੰਗ ਟਰਮਸ ਸਮਝ ਆਉਣੀ ਜ਼ਰੂਰੀ ਹੈ। ਮੈਂ ਇਸੇ ਤਰ੍ਹਾਂ ਜਦੋਂ ਫਾਈਨੈਂਸ਼ੀਅਲ ਅਕਾਊਂਟਿੰਗ ਸੀ ਉਦੋਂ ਵੀ ਮੈਂ ਤੁਹਾਨੂੰ ਕੁਛ ਅਕਾਊਂਟਿੰਗ ਟਰਮਸ ਵਾਲੇ ਇੱਕ ਲੈਕਚਰ ਲੈ ਕੇ ਆਇਆ ਸੀ ਜਿਸ ਵਿੱਚ ਮੈਂ ਸਾਰੇ ਅਕਾਊਂਟਿੰਗ ਟਰਮ ਦੱਸੀਆਂ ਸੀ। ਅਤੇ ਮੈਂ ਇਸ ਵਕਤ ਹੁਣ ਕੋਸਟ ਅਕਾਊਂਟਿੰਗ ਦਾ ਬਾਰੇ ਵੀ ਇਵੇਂ ਹੀ ਐਕਸਪਲੇਨ ਕਰਾਂਗਾ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨਲ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ ਫਰੈਂਡਸ, ਪਹਿਲਾ ਹੈਗਾ ਫਿਕਸ ਕੋਸਟ। ਫਿਕਸ ਕੋਸਟ ਕਿਹਨੂੰ ਕਹਾਂਗੇ ਆਪਾਂ ਇੱਕ ਵਾਰੀ ਪੜ੍ਹ ਲਈਏ। ਫਿਕਸ ਕੋਸਟ ਰਿਮੇਨਸ ਅਨਚੇਂਜਡ ਫੋਰ ਅ ਗਿਵਨ ਪੀਰੀਅਡ ਆਫ ਟਾਈਮ ਡਿਸਪਾਈਟ ਦੀ ਚੇਂਜਿਸ ਇਨ ਦਾ ਲੈਵਲ ਆਫ ਦੀ ਐਕਟੀਵਿਟੀ ਔਰ ਵੋਲੀਅਮ ਆਫ ਦੀ ਆਊਟਪੁੱਟ। ਫਿਕਸ ਕੋਸਟ ਕਹਿਣ ਦਾ ਮਤਲਬ ਇਹ ਹੈ ਕਿ ਉਹ ਅਨਚੇਂਜ ਰਹਿੰਦੀ ਹੈ, ਮਤਲਬ ਕਿ ਉਹ ਬਦਲਦੀ ਨਹੀਂ ਹੈ ਇੱਕ ਟਾਈਮ ਦੇ ਹਿਸਾਬ ਸੇ। ਜਿੰਨਾ ਵੀ ਉਹਦਾ ਪੀਰੀਅਡ ਆਫ ਟਾਈਮ ਹੁੰਦਾ 1 ਸਾਲ ਦੇ ਅੰਦਰ ਅੰਦਰ, ਭਾਵੇਂ 1 ਸਾਲ ਦੇ ਅੰਦਰ ਅੰਦਰ ਹੋ ਸਕਦਾ, 6 ਮਹੀਨਿਆਂ ਦੇ ਅੰਦਰ ਅੰਦਰ ਹੋ ਸਕਦਾ, 8 ਮਹੀਨਿਆਂ ਦੇ ਅੰਦਰ ਅੰਦਰ ਹੋ ਸਕਦਾ, ਉਹ ਹਮੇਸ਼ਾ ਫਿਕਸਡ ਰਹੇਗੀ, ਉਹ ਚੇਂਜ ਨਹੀਂ ਹੋਏਗੀ। ਭਾਵੇਂ ਇਹ ਲੈਵਲ ਆਫ ਐਕਟੀਵਿਟੀ 'ਚ ਫਰਕ ਆ ਜਾਵੇ, ਭਾਵੇਂ ਉਹਦੀ ਵੋਲੀਅਮ 'ਚ ਫਰਕ ਆ ਜਾਵੇ, ਵੋਲੀਅਮ 'ਚ ਫਰਕ ਆ ਜਾਵੇ, ਭਾਵੇਂ ਲੈਵਲ ਆਫ ਐਕਟੀਵਿਟੀ 'ਚ ਫਰਕ ਆ ਜਾਵੇ। ਜੇ ਆਪਾਂ ਐਗਜ਼ਾਮਪਲ ਲਈਏ ਤਾਂ ਇੰਸ਼ੋਰੈਂਸ ਪ੍ਰੀਮੀਅਮ ਫੋਰ ਆ ਕਾਰ, ਜਿਹੜੀ ਇੰਸ਼ੋਰੈਂਸ ਪ੍ਰੀਮੀਅਮ ਹੁੰਦੀ ਉਹ ਹਮੇਸ਼ਾ ਫਿਕਸਡ ਰਹਿੰਦੀ ਹੈ। ਠੀਕ ਹੈ ਨਾ ਫਰੈਂਡਸ, ਉਹ ਬਦਲਦੀ ਨਹੀਂ। ਠੀਕ ਹੈ, ਐਨੂਅਲ ਟੈਕਸ ਜਿਹੜਾ ਬਣਦਾ ਕਾਰ ਦਾ ਉਹ ਵੀ ਫਿਕਸ ਰਹਿੰਦਾ। ਠੀਕ ਹੈ ਨਾ, ਦੇ ਆਰ ਨੋਟ ਰਿਲੇਟਿਡ ਟੂ ਦਾ ਡਿਸਟੈਂਸ ਟਰੈਵਲ ਬਾਏ ਦਾ ਕਾਰ ਇਨ ਅ ਪੀਰੀਅਡ। ਠੀਕ ਹੈ ਫਰੈਂਡਸ, ਦੇ ਆਰ ਨੋਟ ਰਿਲੇਟਿਡ ਟੂ ਦਾ ਡਿਸਟੈਂਸ ਟਰੈਵਲ ਬਾਏ ਦਾ ਕਾਰ ਇਨ ਅ ਪੀਰੀਅਡ। ਇਸ ਵਿੱਚ ਜਿਹੜਾ ਡਿਸਟੈਂਸ ਹੁੰਦਾ ਉਹ ਆਪਾਂ ਟਰੈਵਲ ਉਸਦੇ ਨਾਲ ਰਿਲੇਟ ਨਹੀਂ ਕਰਦੇ ਆਪਾਂ। ਠੀਕ ਹੈ, ਤਾਂ ਫਿਕਸ ਕੋਸਟ ਜੇ ਆਪਾਂ ਨੂੰ ਮੈਂ ਸਿੰਪਲ ਟਰਮ 'ਚ ਸਮਝਾਵਾਂਗੇ ਤਾਂ ਮਤਲਬ ਚੇਂਜ ਨਾ ਹੋਣਾ ਹੀ ਉਸਨੂੰ ਫਿਕਸ ਕੋਸਟ ਕਹਾਇਆ ਜਾਏਗਾ। ਭਾਵੇਂ ਉਹਦੀ ਆਊਟਪੁੱਟ 'ਚ ਚੇਂਜਿੰਗ ਆ ਜਾਵੇ, ਭਾਵੇਂ ਉਹਦੀ ਲੈਵਲ ਆਫ ਐਕਟੀਵਿਟੀ 'ਚ ਚੇਂਜ ਆ ਜਾਵੇ। ਠੀਕ ਹੈ ਫਰੈਂਡਸ, ਦੂਜਾ ਹੈਗਾ ਕੋਸਟ ਐਕੂਮੂਲੇਸ਼ਨ। ਕੋਸਟ ਐਕੂਮੂਲੇਸ਼ਨ ਦਾ ਕੀ ਮਤਲਬ ਹੋਏਗਾ, ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ। ਕੋਸਟ ਐਕੂਮੂਲੇਸ਼ਨ ਇਜ਼ ਦਾ ਕਲੈਕਸ਼ਨ ਕੋਸਟ ਯੂਜ਼ਿੰਗ ਦੀ ਡਾਕੂਮੈਂਟਸ। ਕੀ ਕੋਸਟ ਹੈ ਇਹ? ਕਲੈਕਸ਼ਨ ਕੋਸਟ ਹੈ। ਕੀ ਕਰਦੇ ਆ ਉਹ ਯੂਜ਼ ਕੀ ਕਰਦਾ ਹੈ? ਪਹਿਲਾਂ ਤਾਂ ਕਿੰਨਾ ਪੜ੍ਹੋ ਕਿ ਕੋਸਟ ਐਕੂਮੂਲੇਸ਼ਨ ਮਤਲਬ ਕਲੈਕਸ਼ਨ ਕੋਸਟ। ਕਾਹਦੀ ਕਲੈਕਸ਼ਨ ਕੋਸਟ ਕੀ ਯੂਜ਼ ਕਰਦਾ ਹੈ? ਡਾਕੂਮੈਂਟਸ ਲਾਈਕ ਦੀ ਪਰਚੇਸਿੰਗ ਆਰਡਰਸ, ਇਨਵਾਇਸਿਸ, ਵੇਰੀਅਸ ਐਕਸਪੈਂਸਿਸ, ਵਾਊਚਰਸ, issue receipts of materials, wages and salaries of schedules. These documents are entered in the journal ledger like a financial accounting or the bookkeeping procedure. ਬਸ ਇਹ ਕੋਸਟ ਐਕੂਮੂਲੇਸ਼ਨ ਦਾ ਮਤਲਬ ਇਹੀ ਹੁੰਦਾ। ਜਿਹੜੀ ਕਲੈਕਸ਼ਨ ਕੋਸਟ ਹੁੰਦੀ ਹੈ ਕੀ ਯੂਜ਼ ਕਰਦਾ ਉਹ ਸਾਰੇ ਪਰਚੇਸਿੰਗ ਆਰਡਰਸ, ਇਨਵਾਇਸਿਸ ਇਸ ਨੂੰ ਯੂਜ਼ ਕਰਦਾ, ਐਕਸਪੈਂਸਿਸ, ਇਸ਼ੂ ਰਿਸਿਪਟਸ, ਮਟੀਰੀਅਲ, ਵੇਜਿਸ, ਸੈਲਰੀਸ ਐਂਡ ਸ਼ਡਿਊਲਸ ਨੂੰ। ਅਤੇ ਇਹਨਾਂ ਸਾਰੇ ਡਾਕੂਮੈਂਟਸ ਨੂੰ ਉਹ ਜਰਨਲ 'ਚ ਪਾਉਂਦਾ ਅਤੇ ਲੈਜਰ 'ਚ ਪਾਉਂਦਾ ਹੈ। ਜਿਵੇਂ ਆਪਾਂ ਫਾਈਨੈਂਸ਼ੀਅਲ ਅਕਾਊਂਟਿੰਗ 'ਚ ਪਾਉਂਦੇ ਹਾਂ ਉਸਨੂੰ ਕਹਿੰਦੇ ਨੇ ਕੋਸਟ ਐਕੂਮੂਲੇਸ਼ਨ। ਠੀਕ ਹੈ, ਇਹ ਕਲੈਕਸ਼ਨ ਕੋਸਟ ਹੁੰਦੀ ਹੈ। ਇਕੱਠੀ ਕੋਸਟ, ਤਾਂ ਇਕੱਠੀ ਕੋਸਟ ਦਾ ਕੀ ਮਤਲਬ ਹੋਇਆ, ਜਿਸ ਵਿੱਚ ਕਿਹੜੇ ਹੋਣਗੇ? ਪਰਚੇਸਿੰਗ ਆਰਡਰ ਹੋਣਗੇ, ਇਨਵਾਇਸਿਸ ਹੋਣਗੇ, ਵੇਰੀਅਸ ਐਕਸਪੈਂਸਿਸ ਹੋਣਗੇ, ਇਸ਼ੂ ਰਿਸਿਪਟਸ ਹੋਣਗੇ, ਮਟੀਰੀਅਲਸ ਹੋਣਗੇ। ਠੀਕ ਹੈ, ਸੈਲਰੀ ਸ਼ਡਿਊਲਸ ਹੋਣਗੇ। ਸਾਰੇ ਡਾਕੂਮੈਂਟ ਦੇ ਜਿਹੜੇ ਰਿਕਾਰਡ ਦੀ ਕੋਸਟ ਹੁੰਦੀ ਹੈ, ਮਤਲਬ ਕਿ ਸਾਰੀ ਡਿਟੇਲਿੰਗ ਉਹ ਇੱਕ ਜਰਨਲ 'ਚ ਜਰਨਲ 'ਚ ਐਡ ਕਰਦਾ, ਲੈਜਰ 'ਚ ਐਡ ਕਰਦਾ। ਜਿਵੇਂ ਆਪਾਂ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਬੁੱਕ ਪ੍ਰੋਸੀਜਰ ਵਾਂਗ ਆਪਾਂ ਦੇਖਦੇ ਹਾਂ, ਬੁੱਕ ਕੀਪਿੰਗ ਦੇ ਪ੍ਰੋਸੀਜਰ ਵਾਂਗ ਆਪਾਂ ਨੇ ਦੇਖਿਆ ਸੀ ਨਾ ਕਿ ਉਸ ਵਿੱਚ ਆਪਾਂ ਸਾਰੀਆਂ ਚੀਜ਼ਾਂ ਆਪਾਂ ਐਡ ਕਰਦੇ ਹਾਂ। ਇਸੇ ਤਰ੍ਹਾਂ ਕੋਸਟ ਐਕੂਮੂਲੇਸ਼ਨ ਦਾ ਮਤਲਬ ਵੀ ਉਹੀ ਹੋਇਆ। ਠੀਕ ਹੈ, ਡਾਇਰੈਕਟ ਕੋਸਟ ਕੀ ਹੁੰਦੀ ਹੈ? ਡਾਇਰੈਕਟ ਕੋਸਟ ਆਬਜੈਕਟ ਆਰ ਰਿਲੇਟਿਡ ਟੂ ਦ ਪਰਟੀਕੂਲਰ ਕੋਸਟ ਆਬਜੈਕਟ। ਦੇ ਕੈਨ ਟ੍ਰੇਸ ਟੂ ਦ ਕੋਸਟ ਆਬਜੈਕਟ ਥਰੂ ਦ ਅਕਾਊਂਟਿੰਗ ਡਾਕੂਮੈਂਟਸ ਵੈਨ ਦੇ ਆਰ ਇਨਕਰਡ ਇਨ ਦ ਇਕਨੋਮਿਕਲ ਫਿਜ਼ੀਬਲ ਵੇ। ਡਾਇਰੈਕਟ ਕੋਸਟ ਮਤਲਬ ਜਿਵੇਂ ਕੋਈ ਪ੍ਰੋਡਕਟ ਹੈ, ਠੀਕ ਹੈ, ਉਸ ਪ੍ਰੋਡਕਟ ਦੇ ਉੱਪਰ ਜਿਹੜਾ ਉਸਨੂੰ ਬਣਾਉਣ ਦੇ ਉੱਪਰ ਜਿਹੜਾ ਖਰਚਾ ਆ ਰਿਹਾ ਹੈ, ਨੂੰ ਬਣਾਉਣ ਦੇ ਉੱਪਰ ਜਿਹੜਾ ਖਰਚਾ ਆ ਰਿਹਾ ਉਸਨੂੰ ਕਹਾਂਗੇ ਆਪਾਂ ਡਾਇਰੈਕਟ ਕੋਸਟ। ਠੀਕ ਹੈ ਨਾ, ਕੋਈ ਇੰਡਾਇਰੈਕਟ ਕੋਸਟ ਦਾ ਕੋਈ ਖਰਚਾ ਨਹੀਂ ਆਏਗਾ। ਠੀਕ ਹੈ ਫਰੈਂਡਸ, ਜਿਹੜੀ ਆਪਾਂ ਚੀਜ਼ ਬਣਾ ਰਹੇ ਹਾਂ ਉਸ ਦੇ ਉੱਪਰ ਉਸਨੂੰ ਕਹਾਂਗੇ ਆਪਾਂ ਡਾਇਰੈਕਟ ਕੋਸਟ। ਠੀਕ ਹੈ, ਕੋਈ ਵਾਹੀਕਲ ਬਣਾ ਰਿਹਾ, ਵਾਹੀਕਲ ਨੂੰ ਬਣਾਉਣ ਵਾਹੀਕਲ ਵਿੱਚ ਵਾਹੀਕਲ ਨੂੰ ਬਣਾ ਰਿਹਾ। ਠੀਕ ਹੈ, ਕੋਈ ਵਾਹੀਕਲ ਉੱਚ ਹੈਡਲਾਈਟ ਲੱਗਣੀ ਹੈ, ਜਿਹੜੀ ਉਹ ਹੈਡਲਾਈਟ ਲੱਗਣੀ ਉਹ ਕੀ ਹੋਏਗੀ? ਮੇਰੀ ਡਾਇਰੈਕਟ ਕੋਸਟ ਵਿੱਚ ਇੰਕਲੂਡ ਹੋਏਗੀ। ਠੀਕ ਹੈ ਨਾ ਫਰੈਂਡਸ, ਡਾਇਰੈਕਟ ਕੋਸਟ ਵਿੱਚ ਇੰਕਲੂਡ ਹੋਏਗੀ। ਤਾਂ ਇੰਡਾਇਰੈਕਟ ਕੋਸਟ ਕੀ ਹੋਏਗੀ? ਇੰਡਾਇਰੈਕਟ ਕੋਸਟ ਆਰ ਆਲਸੋ ਰਿਲੇਟਿਡ ਟੂ ਦ ਕੋਸਟ ਆਬਜੈਕਟਸ ਬਟ ਦੇ ਕੈਨ ਨੋਟ ਬੀ ਆਈਡੈਂਟੀਫਾਈਡ ਵਿਦ ਦੀ ਕੋਸਟ ਆਬਜੈਕਟਸ ਐਟ ਦ ਟਾਈਮ ਦੇ ਕੈਨ ਇਨਕਰਡ ਇਨ ਇਕਨੋਮਿਕਲ ਫਿਜ਼ੀਬਲ ਵੇ।
ਇਨਡਾਇਰੈਕਟ ਕੋਸਟ ਉਹ ਹੋਏਗੀ, ਲੱਗੇਗੀ ਉਹ ਵੀ ਕੋਸਟ ਹੀ ਇੱਕ ਤਰ੍ਹਾਂ ਨਾਲ, ਉਹ ਵੀ ਵਾਹੀਕਲ ਨੂੰ ਬਣਾਉਣ ਵਿੱਚ ਲੱਗ ਰਹੀ ਹੈ, ਮਗਰ ਉਸ ਟਾਈਮ 'ਤੇ ਜਦੋਂ ਵਾਹੀਕਲ ਬਣ ਰਿਹਾ ਸੀ ਉਸ ਟਾਈਮ ਤੋਂ ਸਿੱਧਾ ਉਸਦੇ ਵਿੱਚ ਐਡ ਨਹੀਂ ਹੁੰਦੀ ਉਹ, ਠੀਕ ਹੈ, ਸਿੱਧਾ ਉਹਦੇ ਵਿੱਚ ਐਡ ਨਹੀਂ ਹੁੰਦੀ, ਕਿਉਂਕਿ ਹੈਂਸ ਦੇ ਆਰ ਐਕੂਮੂਲੇਟਿਡ ਵਿਦਾਊਟ ਦੀ ਐਕਸਪਲਿਸਿਟ ਰੈਫਰੈਂਸ ਟੂ ਦਾ ਕੋਸਟ ਸਬਜੈਕਟਸ ਐਟ ਦਾ ਟਾਈਮ ਦੇ ਕੈਨ ਅਕਰ ਐਂਡ ਦੈਨ ਐਲੋਕੇਟਿਡ ਟੂ ਵੇਰੀਅਸ ਕੋਸਟ ਸਬਜੈਕਟਸ ਐਟ ਅ ਲੇਟਰ ਡੇਟ ਟੂ ਫਾਈਂਡ ਆਊਟ ਦੀ ਕੋਸਟ ਆਫ ਕੋਸਟ ਸਬਜੈਕਟਸ। ਬਸ ਉਰੇ ਉਸਦਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇੰਡਾਇਰੈਕਟ ਕੋਸਟ ਹੋਏਗੀ, ਬਣ ਤਾਂ ਉਹ ਵਾਹੀਕਲ ਨੂੰ ਬਣਾਉਣ ਵਿੱਚ ਹੀ ਰਹੀ ਹੈ, ਪਰ ਉਸ ਨੂੰ ਸਿੱਧਾ ਉਸ ਵਾਹੀਕਲ ਉੱਪਰ ਖਰਚਾ ਨਹੀਂ ਪੈ ਰਿਹਾ, ਮਤਲਬ ਉਸ ਵਾਹੀਕਲ ਨੂੰ ਬਣਾਉਣ ਦੇ ਉੱਪਰ ਖਰਚਾ ਨਹੀਂ ਪੈ ਰਿਹਾ, ਠੀਕ ਹੈ ਨਾ, ਕਿਉਂਕਿ ਜਿੱਥੇ ਉਹ ਵਾਹੀਕਲ ਬਣ ਰਿਹਾ, ਉੱਥੇ ਜਿਹੜੀ ਇਲੈਕਟ੍ਰਿਸਿਟੀ ਯੂਜ਼ ਹੋ ਰਹੀ ਹੈ, ਇਲੈਕਟ੍ਰਿਸਿਟੀ ਆਪਾਂ ਯੂਜ਼ ਕਰ ਰਹੇ ਹਾਂ, ਉਸ ਜਗ੍ਹਾ 'ਤੇ ਜਿਹੜੀ ਇਲੈਕਟ੍ਰਿਸਿਟੀ ਯੂਜ਼ ਹੋ ਰਹੀ ਹੈ ਉਸ ਨੂੰ ਕੀ ਕਹਾਂਗੇ ਆਪਾਂ, ਇੰਡਾਇਰੈਕਟ ਕੋਸਟ। ਉਹ ਵਾਹੀਕਲ ਨੂੰ ਸਿੱਧਾ ਉਸ ਦੇ ਨਾਲ ਰਿਲੇਟ ਨਹੀਂ ਹੈ, ਉਹਦਾ ਇੰਡਾਇਰੈਕਟ ਰਿਲੇਸ਼ਨ ਹੈ ਉਹਦੇ ਨਾਲ, ਠੀਕ ਹੈ ਨਾ। ਇਲੈਕਟ੍ਰਿਸਿਟੀ ਕੀ ਹੈ, ਇੱਕ ਉਸ ਵਾਹੀਕਲ ਨਾਲ ਉਹਦਾ ਇੰਡਾਇਰੈਕਟ ਰਿਲੇਸ਼ਨ ਹੈ, ਸੋ ਆਪਾਂ ਉਹ ਕੀ ਕਹਾਂਗੇ, ਉਹ ਇੰਡਾਇਰੈਕਟ ਕੋਸਟ ਹੈ, ਠੀਕ ਹੈ। ਜੇ ਤਾਂ ਮੈਂ ਸਿੰਪਲ ਟਰਮ ਸਮਝਾਵਾਂ, ਵੇਰੀਏਬਲ ਕੋਸਟ ਕੀ ਹੋਏਗੀ, ਅ ਵੇਰੀਏਬਲ ਕੋਸਟ ਵਿਦ ਰੈਫਰੈਂਸ ਟੂ ਅ ਕੋਸਟ ਸਬਜੈਕਟਸ changes in the total in the proportion or to change in the level of the total activity or the volume of output। ਆਪਾਂ ਨੇ ਕੀ ਦੇਖਿਆ ਸੀ ਉੱਪਰ, ਫਿਕਸ ਕੋਸਟ ਦੇਖੀ ਸੀ ਜਿਹੜੀ ਰਿਮੇਨ ਅਨਚੇਂਜ ਰਹਿੰਦੀ ਹੈ ਭਾਵੇਂ ਚੇਂਜਸ ਹੋ ਜਾਣ ਲੈਵਲ ਆਫ ਐਕਟੀਵਿਟੀ ਐਂਡ ਵੋਲਿਊਮ ਆਫ ਆਊਟਪੁੱਟ 'ਚ, ਠੀਕ ਹੈ। ਮਗਰ ਉਰੇ ਕੀ ਕਹਿ ਰਿਹਾ, ਵੇਰੀਏਬਲ ਕੋਸਟ ਮਤਲਬ ਉਹ ਕੋਸਟ ਜਿਹਦੇ ਵਿੱਚ ਚੇਂਜਸ ਆਉਂਦੇ ਰਹਿਣ, ਕਿਸ ਆਧਾਰ 'ਤੇ, ਟੋਟਲ ਐਕਟੀਵਿਟੀ ਆਫ ਦੀ ਵੋਲਿਊਮ ਆਫ ਦੀ ਆਊਟਪੁੱਟ, ਜਾਂ ਟੋਟਲ ਐਕਟੀਵਿਟੀ ਜਾਂ ਵੋਲਿਊਮ ਆਫ ਦੀ ਆਊਟਪੁੱਟ, ਕਿਸੇ ਸਿਚੁਏਸ਼ਨ ਦੇ ਹਿਸਾਬ ਸਿਰ ਉਹਦਾ ਚੇਂਜਸ ਆਉਂਦੇ ਰਹਿਣ। ਵੇਰੀਏਬਲ ਮਤਲਬ ਕਿ ਜਦੋਂ ਕੋਈ ਵੀ ਸਿਚੁਏਸ਼ਨ ਵਾਪਰੇ ਉਹਦੇ ਹਿਸਾਬ ਸਿਰ ਮੇਰੀ ਜਿਹੜੀ ਕੋਸਟ ਹੈ ਅੱਗੇ ਪਿੱਛੇ ਹੋ ਜਾਂਦੀ ਹੈ, ਠੀਕ ਹੈ, ਫਿਕਸਡ ਨਹੀਂ ਰਹਿੰਦੀ। ਜੇ ਆਪਾਂ ਐਗਜ਼ਾਮਪਲ ਲਈਏ ਪੈਟਰੋਲ ਦਾ, ਪੈਟਰੋਲ ਕੀ ਹੈ, ਕਦੀ ਵੱਧਦਾ ਕਦੀ ਘਟਦਾ, ਉਹ ਕੀ ਹੋਏਗਾ, ਵੇਰੀਏਬਲ ਕੋਸਟ ਹੋਏਗਾ, ਠੀਕ ਹੈ। ਅੱਗੇ ਆਪਾਂ ਦੇਖੀਏ ਕੋਸਟ ਐਂਡ ਐਕਸਪੈਂਸ। ਕੋਸਟ ਅਤੇ ਐਕਸਪੈਂਸ 'ਚ ਕੀ ਫਰਕ ਹੈ, ਕੋਸਟ ਇਜ਼ ਅ ਸੈਕਰੀਫਾਈਸ ਆਫ ਦ ਇਕਨੋਮਿਕਲ ਰਿਸੋਰਸਿਸ, ਫੋਰ ਐਗਜ਼ਾਮਪਲ ਪਰਚੇਸ ਆਫ ਮਸ਼ੀਨਰੀ, ਰੋ ਆਫ ਮਟੀਰੀਅਲ, ਠੀਕ ਹੈ। ਆਪਾਂ ਕੁਝ ਪਰਚੇਸ ਕਰ ਰਹੇ ਹਾਂ, ਠੀਕ ਹੈ, ਉਸਦੀ ਕੋਈ ਕੋਸਟ ਹੈ, ਮਸ਼ੀਨ ਦੀ ਕੋਸਟ ਹੈ, ਆਪਾਂ ਉਸ ਮਸ਼ੀਨ ਦੀ ਕੋਸਟ ਜਿੰਨੀ ਉਹਦੀ ਕੋਸਟ ਹੈ ਉਸਦੀ ਉਹ ਪੇਮੈਂਟ ਕਰਕੇ ਆਪਾਂ ਮਸ਼ੀਨ ਖਰੀਦ ਰਹੇ ਹਾਂ, ਯਾਨੀ ਕਿ ਆਪਣੇ ਉਸਦੀ ਸੈਕਰੀਫਾਈਸ ਕਰ ਰਹੇ ਹਾਂ ਆਪਾਂ, ਜਿਸ ਦੇ ਆਧਾਰ 'ਤੇ ਸਾਨੂੰ ਮਸ਼ੀਨਰੀ ਮਿਲ ਰਹੀ ਹੈ, ਠੀਕ ਹੈ ਨਾ। ਮਨੀ ਦਾ ਸੈਕਰੀਫਾਈਸ ਕਰਕੇ ਤਾਂ ਆਪਾਂ ਨੂੰ ਮਸ਼ੀਨਰੀ ਮਿਲ ਰਹੀ ਹੈ, ਰੋ ਮਟੀਰੀਅਲ ਲੈ ਰਹੇ ਹਾਂ ਆਪਾਂ, ਠੀਕ ਹੈ, ਉਹ ਕੀ ਹੋਏਗੀ, ਕੋਸਟ। ਐਕਸਪੈਂਸ ਕੀ ਹੋਏਗਾ, ਐਕਸਪੈਂਸ ਇਜ਼ ਦਾ ਐਕਸਪਾਇਰਡ ਕੋਸਟ ਡੈਟ ਚਾਰਜ ਅੰਗੇਜ ਦੀ ਰੈਵਨਿਊ ਇਨ ਅ ਪਰਟੀਕੂਲਰ ਅਕਾਊਂਟਿੰਗ ਪੀਰੀਅਡ। ਇੱਕ ਤਰ੍ਹਾਂ ਦਾ ਐਕਸਪਾਇਰਡ ਕੋਸਟ ਹੈ, ਜਿਵੇਂ ਡੈਪਰੀਸ਼ੀਏਸ਼ਨ ਹੋ ਗਿਆ, ਰੈਂਟ ਹੋ ਗਿਆ, ਠੀਕ ਹੈ। ਰੈਵਨਿਊ ਦੇ ਅੰਗੇਂਸਟ ਵਿੱਚ ਜਿਹੜੇ ਚਾਰਜਸ ਲੱਗ ਰਹੇ ਨੇ, ਠੀਕ ਹੈ ਨਾ, ਜਿੰਨੇ ਵੀ ਚਾਰਜਸ ਲੱਗ ਰਹੇ ਨੇ ਉਹਨੂੰ ਕੀ ਕਹਾਂਗੇ ਆਪਾਂ, ਐਕਸਪੈਂਸ। ਡੈਪਰੀਸ਼ੀਏਸ਼ਨ ਹੋ ਗਿਆ, ਰੈਂਟ ਹੋ ਗਿਆ, ਸਟੇਸ਼ਨਰੀ ਦਾ ਖਰਚਾ ਹੋ ਗਿਆ, ਠੀਕ ਹੈ ਨਾ, ਸੈਲਰੀ ਦਾ ਖਰਚਾ ਹੋ ਗਿਆ, ਉਹ ਕੀ ਹੈ, ਮੇਰਾ ਐਕਸਪੈਂਸ ਹੈ, ਠੀਕ ਹੈ। ਅਗਲਾ ਹੈ ਐਲੀਮੈਂਟਸ ਆਫ ਦੀ ਮੈਨੂਫੈਕਚਰਿੰਗ ਕੋਸਟਿੰਗ। ਕਿਹੜੇ ਕਿਹੜੇ ਐਲੀਮੈਂਟਸ ਹੁੰਦੇ ਆ ਮੈਨੂਫੈਕਚਰਿੰਗ ਕੋਸਟਿੰਗ ਵਿੱਚ, ਠੀਕ ਹੈ। ਪਹਿਲਾਂ ਦੇਖ ਲੈਂਦੇ ਹਾਂ ਆਪਾਂ ਸਿੱਧਾ, ਆਪਾਂ ਪਹਿਲਾਂ ਦੇ ਡਾਇਰੈਕਟ ਮਟੀਰੀਅਲ ਨੂੰ। ਡਾਇਰੈਕਟ ਮਟੀਰੀਅਲ ਤੁਹਾਨੂੰ ਮੈਂ ਦੱਸਿਆ ਸੀ ਕਿ ਡਾਇਰੈਕਟ ਮਟੀਰੀਅਲ ਇਜ਼ ਡੈਟ ਮਟੀਰੀਅਲ ਵਿਚ ਕੈਨ ਈਜ਼ਲੀ ਵੀ ਆਈਡੈਂਟੀਫਾਈਡ, ਜਿਹੜਾ ਈਜ਼ਲੀ ਆਈਡੈਂਟੀਫਾਈਡ ਹੋ ਜਾਏ, ਪਤਾ ਲੱਗ ਜਾਏ ਕਿ ਇਹ ਡਾਇਰੈਕਟ ਇਸ ਵਾਹੀਕਲ ਦੇ ਉੱਪਰ ਜਾਂ ਇਸ ਚੀਜ਼ ਦੇ ਉੱਪਰ ਲੱਗਣਾ ਹੀ ਲੱਗਣਾ, ਤੇ ਰਿਲੇਟਿਡ ਵਿਦ ਦਾ ਸਪੈਸੀਫਿਕ ਪ੍ਰੋਡਕਟ ਜੋਬ ਐਂਡ ਪ੍ਰੋਸੈਸ। ਟਿੰਬਰ ਇਜ਼ ਅ ਰੋ ਮਟੀਰੀਅਲ, ਠੀਕ ਹੈ, ਫॉर ਮੇਕਿੰਗ ਦੀ ਫਰਨੀਚਰ। ਟਿੰਬਰ ਕੀ ਹੈ, ਇੱਕ ਤਰ੍ਹਾਂ ਦਾ ਰੋ ਮਟੀਰੀਅਲ ਹੈ। ਕਲੋਥ ਕੀ ਹੈ, ਫॉर ਮੇਕਿੰਗ ਦੀ ਗਾਰਮੈਂਟਸ, ਠੀਕ ਹੈ। ਸ਼ੂਗਰ ਕੇਨ ਕੀ ਹੈ, ਫॉर ਮੇਕਿੰਗ ਦੀ ਸ਼ੂਗਰ। ਗੋਲਡ ਸਿਲਵਰ ਕੀ ਹੈ, ਫॉर ਮੇਕਿੰਗ ਦੀ ਜਵੈਲਰੀ। ਇਹ ਸਾਰੇ ਕੀ ਹੋਣਗੇ, ਡਾਇਰੈਕਟ ਮਟੀਰੀਅਲ ਹੋਣਗੇ। ਕੀ ਹੋਣਗੇ, ਜੇ ਕੋਈ ਆਪਾਂ ਗਾਰਮੈਂਟ ਦਾ ਕੰਮ ਸਮਾਨ ਬਣਾ ਰਹੇ ਹਾਂ, ਗਾਰਮੈਂਟ ਦਾ ਕੁਝ ਕਰ ਰਹੇ ਹਾਂ ਆਪਾਂ, ਤਾਂ ਉਹ ਕਲੋਥਸ ਜਿਹੜੇ ਹੋਣਗੇ ਯੂਜ਼ ਹੋਣਗੇ। ਕਲੋਥ ਕੀ ਹੋਏਗਾ, ਉਹਦਾ ਡਾਇਰੈਕਟ ਮਟੀਰੀਅਲ ਹੋਏਗਾ, ਠੀਕ ਹੈ। ਆਪਾਂ ਫਰਨੀਚਰ ਬਣਾ ਰਹੇ ਹਾਂ ਤਾਂ ਟਿੰਬਰ ਕੀ ਹੋਏਗਾ, ਉਹਦਾ ਡਾਇਰੈਕਟ ਮਟੀਰੀਅਲ ਹੋਏਗਾ। ਸ਼ੂਗਰ ਕੇਨ ਆਫ ਮੇਕਿੰਗ ਸ਼ੂਗਰ, ਤਾਂ ਸ਼ੂਗਰ ਕੇਨ ਕੀ ਹੋਏਗਾ, ਡਾਇਰੈਕਟ ਮਟੀਰੀਅਲ ਹੋਏਗਾ, ਠੀਕ ਹੈ। ਗੋਲਡ ਐਂਡ ਸਿਲਵਰ ਕੀ ਹੋਏਗਾ, ਡਾਇਰੈਕਟ ਮਟੀਰੀਅਲ ਹੋਏਗਾ। ਸੋ ਤੁਹਾਨੂੰ ਸਮਝ ਆਇਆ ਨਾ ਕਿ ਜੋ ਈਜ਼ਲੀ ਆਈਡੈਂਟੀਫਾਈਡ ਹੋ ਜਾਣ, ਸਾਨੂੰ ਪਤਾ ਲੱਗ ਰਿਹਾ ਦੇਖ ਕੇ ਕਿ ਇਹ ਚੀਜ਼ ਹਮੇਸ਼ਾ ਡਾਇਰੈਕਟ ਮਟੀਰੀਅਲ ਹੀ ਹੋਏਗੀ। ਇਸ ਦੇ ਬਿਨਾਂ ਜੇ ਇਹ ਚੀਜ਼ ਨਹੀਂ ਲੱਗੇਗੀ ਤਾਂ ਉਹ ਇਨਡਾਇਰੈਕਟ ਮਟੀਰੀਅਲ ਹੋ ਜਾਏਗੀ, ਠੀਕ ਹੈ ਨਾ। ਮਤਲਬ ਕਿ ਜੋ ਇੱਕ ਪ੍ਰੋਡਕਟ ਦੇ ਬਣਾਉਣ ਵਿੱਚ ਲੱਗੇਗਾ ਹੀ ਲੱਗੇਗਾ, ਜੋ ਯੂਸੇਬਲ ਮਤਲਬ ਹੋਣਾ ਹੀ ਹੋਣਾ, ਤਾਂ ਉਹ ਕੀ ਹੋਏਗਾ, ਡਾਇਰੈਕਟ ਮਟੀਰੀਅਲ, ਠੀਕ ਹੈ। ਡਾਇਰੈਕਟ ਲੇਬਰ ਕੀ ਹੋਏਗੀ, ਲੇਬਰ ਵਿਚ ਟੇਕਸ ਦੀ ਐਕਟਿਵ ਐਂਡ ਡਾਇਰੈਕਟ ਪਾਰਟ ਇਨ ਦਾ ਪ੍ਰੋਡਕਸ਼ਨ ਆਫ ਦੀ ਪ੍ਰੋਡਕਟ ਔਰ ਪ੍ਰੋਵਾਈਡਿੰਗ ਦੀ ਸਰਵਿਸ। ਜਿਹੜਾ ਡਾਇਰੈਕਟ ਪਾਰਟ ਲੈ ਰਿਹਾ ਉਸ ਪ੍ਰੋਡਕਟ ਨੂੰ ਬਣਾਉਣ ਵਿੱਚ, ਠੀਕ ਹੈ। ਤਾਂ ਆਪਾਂ ਜੇ ਡਾਇਰੈਕਟ ਲੇਬਰ ਇਸ ਡੈਟ ਲੇਬਰ ਵਿਚ ਕੈਨ ਈਜ਼ਲੀ ਆਈਡੈਂਟੀਫਾਈਡ, ਇਹ ਵੀ ਈਜ਼ਲੀ ਆਈਡੈਂਟੀਫਾਈਡ, ਠੀਕ ਹੈ। ਇਜ਼ ਆਈਡੈਂਟੀਫਾਈਡ ਰਿਲੇਟਿਡ ਵਿਦ ਦਾ ਸਪੈਸੀਫਿਕ ਪ੍ਰੋਡਕਟ ਜੋਬ ਐਂਡ ਪ੍ਰੋਸੈਸ। ਡਾਇਰੈਕਟ ਲੇਬਰ ਕੋਸਟ ਇਜ਼ ਈਜ਼ਲੀ ਟ੍ਰੇਸੇਬਲ ਟੂ ਦਾ ਸਪੈਸੀਫਿਕ ਪ੍ਰੋਡਕਟਸ। ਡਾਇਰੈਕਟ ਲੇਬਰ ਵੈਰੀਜ਼ ਡਾਇਰੈਕਟਲੀ ਵਿਦ ਦੀ ਵੋਲਿਊਮ ਆਫ ਆਊਟਪੁੱਟ। ਇਹ ਵੀ ਵੈਰੀ ਕਿਸ ਨਾਲ ਕਰਦਾ ਹੈ, ਜਿੰਨੀ ਉਹਦੀ ਵੋਲਿਊਮ ਆਫ ਆਊਟਪੁੱਟ ਹੁੰਦੀ ਹੈ, ਠੀਕ ਹੈ। ਉਸ ਹਿਸਾਬ ਸਿਰ ਉਹਦੀ ਮਜ਼ਦੂਰੀ ਲੱਗੇਗੀ, ਜਿਸ ਹਿਸਾਬ ਸਿਰ ਜਿੰਨਾ ਅਸੀਂ ਮਾਲ ਬਣਾਉਣਾ ਉਸ ਹਿਸਾਬ ਸਿਰ ਉਸਦੀ ਮਜ਼ਦੂਰੀ ਲੱਗੇਗੀ।
ਤਾਂ ਕੋਸਟ ਆਫ ਵੇਜਸ ਕੀ ਹੈ, ਆਪਾਂ ਜਿਹੜੇ ਆਪਾਂ ਕੋਸਟ ਆਫ ਵੇਜਸ ਪੇ ਕਰ ਰਹੇ ਹਾਂ ਕਾਰਪੈਂਟਰ ਨੂੰ ਫॉर ਮੇਕਿੰਗ ਦੀ ਫਰਨੀਚਰ। ਤੁਹਾਨੂੰ ਮੈਂ ਇੱਕ ਐਗਜ਼ਾਮਪਲ ਵੀ ਨਾਲ ਹੀ ਦੇ ਰਿਹਾ, ਜਿਹੜੀ ਆਪਾਂ ਕੋਸਟ ਪੇ ਕਰ ਰਹੇ ਹਾਂ ਕਿਹਦੀ ਕੋਸਟ ਹੈ, ਵੇਜਸ ਦੀ। ਵੇਜਸ ਜਿਹੜੇ ਪੇ ਕੀਤੇ ਆਪਾਂ ਨੇ ਕਾਰਪੈਂਟਰ ਨੂੰ। ਕਿਉਂ ਕਾਰਪੈਂਟਰ ਨੂੰ? ਕਿਉਂਕਿ ਉਸਨੇ ਫਰਨੀਚਰ ਬਣਾਉਣ ਵਿੱਚ ਉਸਨੇ ਹੈਲਪਫੁਲ ਕੀਤਾ, ਉਸਨੇ ਸਾਨੂੰ ਹੈਲਪ ਕੀਤੀ ਹੈ। ਠੀਕ ਹੈ, ਕਾਰਪੈਂਟਰ ਨੇ ਜਿਹੜਾ ਸਕਿੱਲਫੁਲ ਹੁੰਦਾ ਹੈ, ਜਿਹੜਾ ਫਰਨੀਚਰ ਬਣਾ ਸਕਦਾ ਹੈ, ਉਸਨੂੰ ਆਪਾਂ ਕੀ ਕਵਾਂਗੇ? ਉਸਨੂੰ ਆਪਾਂ ਮਜ਼ਦੂਰੀ ਦੇਵਾਂਗੇ। ਜੇ ਆਪਾਂ ਉਹਨੂੰ ਮਜ਼ਦੂਰੀ ਦੇਵਾਂ, ਉਹਨੂੰ ਕੀ ਕਵਾਂਗੇ? ਆਪਾਂ ਵੇਜਸ ਦੇ ਰਹੇ ਹਾਂ। ਵੇਜਸ ਕੀ ਹੋਣਗੀਆਂ? ਹਮੇਸ਼ਾ ਡਾਇਰੈਕਟ ਲੇਬਰ ਹੋਣਗੀਆਂ। ਠੀਕ ਹੈ। ਦੂਜੀ ਐਗਜ਼ਾਮਪਲ ਹੈ ਕੋਸਟ ਆਫ ਟੇਲਰ ਇਨ ਪ੍ਰੋਡਿਊਸਿੰਗ ਦੀ ਰੈਡੀਮੇਡ ਗਾਰਮੈਂਟਸ। ਜਿਹੜਾ ਟੇਲਰ ਹੁੰਦਾ, ਜਿਹੜੇ ਰੈਡੀਮੇਡ ਗਾਰਮੈਂਟਸ ਪ੍ਰੋਡਿਊਸ ਕਰ ਰਿਹਾ, ਜਿਹੜੇ ਉਹ ਕੱਪੜੇ ਬਣਾ ਰਹੇ ਆ, ਰੈਡੀਮੇਡ ਮਤਲਬ ਤਿਆਰ ਕਰ ਰਿਹਾ, ਕੋਈ ਪੈਂਟਾ ਜਿੰਨਾ ਕੋਈ ਵੀ ਤਿਆਰ ਕਰ ਰਿਹਾ। ਠੀਕ ਹੈ ਨਾ, ਉਹ ਟੇਲਰ ਕੀ ਹੋਏਗਾ? ਡਾਇਰੈਕਟ ਲੇਬਰ ਹੋਏਗਾ। ਠੀਕ ਹੈ। ਕੋਸਟ ਆਫ ਵਾਸ਼ਰ, ਜਿਹੜਾ ਵਾਸ਼ਰ ਹੋਏਗਾ, ਡਰਾਈ ਕਲੀਨਿੰਗ ਕਰ ਰਿਹਾ ਜਿਹੜਾ ਵਾਸ਼ਰ। ਠੀਕ ਹੈ, ਜਿਹੜਾ ਵਾਸ਼ ਕਰ ਰਿਹਾ, ਠੀਕ ਹੈ, ਡਰਾਈ ਕਲੀਨਿੰਗ ਕਰ ਰਿਹਾ, ਉਹ ਕੀ ਹੋਏਗਾ? ਡਾਇਰੈਕਟ ਲੇਬਰ। ਠੀਕ ਹੈ ਨਾ ਫਰੈਂਡਸ। ਤੋਂ ਆਪਾਂ ਨੂੰ ਸਮਝ ਆਇਆ ਨਾ ਕਿ ਜੋ ਈਜ਼ਲੀ ਆਈਡੈਂਟੀਫਾਈਡ ਹੋ ਜਾਣ, ਠੀਕ ਹੈ, ਜੋ ਕਿ ਈਜ਼ਲੀ ਆਈਡੈਂਟੀਫਾਈਡ ਹੋ ਜਾਣ, ਤਾਂ ਉਹਨੂੰ ਆਪਾਂ ਹਮੇਸ਼ਾ ਡਾਇਰੈਕਟ ਲੇਬਰ ਹੀ ਕਵਾਂਗੇ। ਐਕਸਪੈਂਸਿਸ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਉੱਪਰ, ਇੱਕ ਵਾਰ ਦੁਬਾਰਾ ਪੜ੍ਹ ਲੈਂਦੇ ਹਾਂ ਆਪਾਂ। ਆਲ ਕੋਸਟ ਇਨਕਰਡ ਇਨ ਦਾ ਪ੍ਰੋਡਕਸ਼ਨ ਆਫ ਦੀ ਫਿਨਿਸ਼ ਗੁਡਸ ਅਦਰ ਦੈਨ ਦਾ ਮਟੀਰੀਅਲ ਕੋਸਟ। ਜਿੰਨੀਆਂ ਵੀ ਮੇਰੀ ਪ੍ਰੋਡਕਸ਼ਨ ਹੋ ਰਹੀ ਹੈ, ਉਸ ਵਿੱਚ ਜਿੰਨੀ ਵੀ ਮੇਰੀ ਕੋਸਟ ਲੱਗ ਰਹੀ ਹੈ, ਪ੍ਰੋਡਕਸ਼ਨ ਆਫ ਦੀ ਫਿਨਿਸ਼ ਗੁਡਸ ਮੇਰੇ ਕਹਿਣ ਦਾ ਮਤਲਬ ਕਿ ਜਿਹੜੇ ਐਕਸਪੈਂਸ ਦਾ ਕੀ ਮਤਲਬ ਹੋਏਗਾ? ਸਾਰੀਆਂ ਕੋਸਟਾਂ ਜੋ ਮੇਰੇ ਫਿਨਿਸ਼ ਗੁਡਸ ਨੂੰ ਬਣਾਉਣ ਵਿੱਚ ਲੱਗ ਰਹੀਆਂ ਨੇ, ਪ੍ਰੋਡਿਊਸ ਕਰਨ ਵਿੱਚ ਲੱਗ ਰਹੀਆਂ ਨੇ, ਤਾਂ ਉਸ ਨੂੰ ਕੀ ਕਹਾਂਗਾ? ਹਮੇਸ਼ਾ ਐਕਸਪੈਂਸਿਸ ਕਹਾਂਗਾ। ਅਦਰ ਦੈਨ ਮਟੀਰੀਅਲ ਕੋਸਟ ਨੂੰ ਛੱਡ ਕੇ, ਲੇਬਰ ਕੋਸਟ ਨੂੰ ਛੱਡ ਕੇ, ਟਰਮਡ ਐਜ਼ ਐਕਸਪੈਂਸ ਕਿਸ ਤਰ੍ਹਾਂ ਦਾ ਹੋ ਸਕਦਾ? ਠੀਕ ਹੈ ਨਾ, ਤੁਸੀਂ ਇਸ 'ਤੇ ਧਿਆਨ ਦੇਣਾ। ਐਕਸਪੈਂਸਿਵ ਉਰੇ ਕੀ ਕਹਿਣਾ ਚਾਹ ਰਿਹਾ ਹੈ ਕਿ ਜਿੰਨੀ ਮੇਰੀ ਕੋਸਟ ਹੈ, ਸਾਰੀ ਜਿੰਨੀ ਵੀ ਮੇਰੀ ਕੋਸਟ ਲੱਗ ਰਹੀ ਹੈ ਪ੍ਰੋਡਕਸ਼ਨ ਆਫ ਦੀ ਫਿਨਿਸ਼ ਗੁਡਸ, ਕਿਹਨੂੰ ਛੱਡ ਕੇ? ਮਟੀਰੀਅਲ ਦੀ ਕੋਸਟ ਨੂੰ ਛੱਡ ਕੇ, ਅਤੇ ਲੇਬਰ ਦੀ ਕੋਸਟ ਨੂੰ, ਜਿਹੜੀ ਮਜ਼ਦੂਰੀ ਛੱਡ ਕੇ, ਵੇਜਿਸ ਦੀ। ਠੀਕ ਹੈ, ਵੇਜਿਸ ਜਿਹੜੇ ਹੋ ਗਏ ਉਹ ਛੱਡ ਕੇ, ਅਤੇ ਮਟੀਰੀਅਲ ਕੋਸਟ, ਜਿਹੜੀ ਮਟੀਰੀਅਲ ਮੈਂ ਰੋ ਮਟੀਰੀਅਲ ਲਿਆਇਆ ਉਹਨੂੰ ਛੱਡ ਕੇ, ਉਹ ਇਹਨਾਂ ਦੋਨਾਂ ਨੂੰ ਛੱਡ ਕੇ ਜੋ ਵੀ ਖਰਚੇ ਨੇ, ਜੋ ਵੀ ਕੋਸਟ ਹੈ, ਉਹ ਸਾਰੇ ਕੀ ਹੋਣਗੇ? ਮੇਰੇ ਐਕਸਪੈਂਸਿਸ ਹੋਣਗੇ। ਐਕਸਪੈਂਸਿਸ ਕਿਸ ਤਰ੍ਹਾਂ ਡਿਫਾਈਨਡ ਹੁੰਦੇ ਨੇ? ਡਾਇਰੈਕਟ ਐਕਸਪੈਂਸਿਸ ਅਤੇ ਇਨਡਾਇਰੈਕਟ ਐਕਸਪੈਂਸਿਸ, ਜਿਨ੍ਹਾਂ ਨੂੰ ਆਪਾਂ ਫੈਕਟਰੀ ਓਵਰਹੈਡ ਕਹਿੰਦੇ ਹਾਂ। ਠੀਕ ਹੈ ਨਾ ਫਰੈਂਡਸ। ਡਾਇਰੈਕਟ ਐਕਸਪੈਂਸਿਸ ਅਤੇ ਇਨਡਾਇਰੈਕਟ ਐਕਸਪੈਂਸਿਸ। ਡਾਇਰੈਕਟ ਐਕਸਪੈਂਸਿਸ ਕਿਹਨੂੰ ਕਵਾਂਗੇ? ਥੀਸ ਆਰ ਐਕਸਪੈਂਸਿਸ ਵਿਚ ਡਾਇਰੈਕਟਲੀ ਐਂਡ ਈਜ਼ਲੀ ਲੋਕੇਟਿਡ ਟੂ ਦਾ ਸਪੈਸੀਫਾਈਡ ਕੋਸਟ ਸੈਂਟਰ ਔਰ ਕੋਸਟ ਯੂਨਿਟ ਐਂਡ ਚਾਰਜ ਟੂ ਡਾਇਰੈਕਟ ਮਟੀਰੀਅਲ ਸੈਕਸ਼ਨ, ਜਿਹੜੇ ਸਾਡੇ ਈਜ਼ੀਲੀ ਆਈਡੈਂਟੀਫਾਈਡ ਹੋ ਜਾਣ। ਜੇ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ, ਕੋਸਟ ਆਫ ਵੇਜਿਸ, ਠੀਕ ਹੈ, ਇਨਵਰਡ ਕੈਰੇਜ ਫਰੇਟ, ਕੋਸਟ ਆਫ ਪੇਟੈਂਟਸ ਐਂਡ ਰੋਇਲਟੀਜ਼। ਠੀਕ ਹੈ ਨਾ ਫਰੈਂਡਸ, ਪੇਟੈਂਟਸ ਐਂਡ ਰੋਇਲਟੀ। ਤਾਂ ਉਰੇ ਆਪਾਂ ਕੀ ਕਵਾਂਗੇ? ਉਸ ਨੂੰ ਆਪਾਂ ਕੀ ਕਵਾਂਗੇ? ਆਪਾਂ ਕੋਸਟ ਆਫ ਵੇਜਿਸ, ਇਨਵਰਡ ਕੈਰੇਜ ਐਂਡ ਫਰੇਟ ਐਂਡ ਕੋਸਟ ਆਫ ਪੇਟੈਂਟ ਰੋਇਲਟੀਜ਼। ਇਹ ਸਾਰੀਆਂ ਕੋਸਟ ਕਿਹੜੀਆਂ ਹੋਣਗੀਆਂ? ਮੇਰੀਆਂ ਡਾਇਰੈਕਟ ਐਕਸਪੈਂਸਿਸ ਹੋਣਗੀਆਂ। ਅਤੇ ਇਨਡਾਇਰੈਕਟ ਐਕਸਪੈਂਸਿਸ ਕੀ ਹੋਣਗੇ? ਜੋ ਮੇਰੀ ਈਜ਼ਲੀ ਆਈਡੈਂਟੀਫਾਈ ਨਾ ਹੋਣ। ਕਿਹੜੀਆਂ ਹੋ ਸਕਦੀਆਂ? ਫੋਰ ਐਗਜ਼ਾਮਪਲ ਕੀ ਹੋ ਸਕਦਾ? ਆਪਣਾ ਇਲੈਕਟ੍ਰਿਸਿਟੀ ਹੋ ਸਕਦੀ ਹੈ, ਉਰੇ ਦਿੱਤਾ ਨਹੀਂ ਹੋਇਆ ਵੈਸੇ। ਇਲੈਕਟ੍ਰਿਸਿਟੀ ਹੋ ਸਕਦੀ ਹੈ, ਕੋਈ ਆਇਲ ਹੋ ਸਕਦਾ, ਕੋਈ ਗਰੀਸ ਹੋ ਸਕਦੀ ਹੈ, ਜਿਹੜੀ ਫੈਕਟਰੀ ਵਿੱਚ ਲੱਗ ਰਿਹਾ ਖਰਚਾ। ਠੀਕ ਹੈ, ਇਹ ਸਾਰੇ ਖਰਚੇ ਕੀ ਹੋਣਗੇ? ਸਾਰੇ ਖਰਚੇ ਮੇਰੇ ਇਨਡਾਇਰੈਕਟ ਐਕਸਪੈਂਸਿਸ ਹੋਣਗੇ। ਠੀਕ ਹੈ, ਪੈਟਰੋਲ ਦਾ ਖਰਚਾ, ਠੀਕ ਹੈ, ਪੈਟਰੋਲ ਦਾ ਖਰਚਾ ਕੀ ਹੋਏਗਾ? ਇਨਡਾਇਰੈਕਟ ਐਕਸਪੈਂਸਿਸ ਹੋਣਗੇ। ਉਰੇ ਜਿਹੜਾ ਧਿਆਨ ਦਿਓ, ਉਰੇ ਜਿਹੜਾ ਐਕਸਪੈਂਸਿਵ ਵਿੱਚ ਜਿਹੜੀ ਤੁਹਾਨੂੰ ਮੈਂ ਗੱਲ ਸਮਝਾਈ ਸੀ ਕਿ ਦੇਖੋ, ਆਲ ਕੋਸਟ ਆਰ ਇਨਕਰਡ ਇਨ ਦਾ ਪ੍ਰੋਡਕਸ਼ਨ ਆਫ ਦੀ ਫਿਨਿਸ਼ ਗੁਡਸ ਅਦਰ ਦੈਨ ਮਟੀਰੀਅਲ ਕੋਸਟ ਐਂਡ ਲੇਬਰ ਕੋਸਟ। ਜਿਹੜੀ ਲੇਬਰ ਦੀ ਕੋਸਟ ਹੈ ਨਾ, ਜਿਹੜੀ ਮੈਂ ਲੇਬਰ, ਕੋਈ ਵੀ ਚੀਜ਼ ਬਣਾਉਣ ਦੇ ਉੱਪਰ ਜਿਹੜੀ ਲੇਬਰ ਦੀ ਕੋਸਟ ਲੱਗ ਰਹੀ ਹੈ, ਲੇਬਰ ਕੋਸਟ 'ਤੇ ਨਾ ਪੂਰਾ ਤੁਹਾਨੂੰ ਥੋੜ੍ਹਾ ਜਿਹਾ ਕਨਫਿਊਜ਼ ਹੋ ਸਕਦੇ ਹੋ। ਜਿਹੜੀ ਲੇਬਰ ਕੋਸਟ ਹੈ ਨਾ, ਕਿ ਇਸ ਚੀਜ਼ ਨੂੰ ਬਣਾਉਣ 'ਤੇ ਮੈਨੂੰ ਇੰਨੇ ਪੈਸੇ ਤਾਂ ਦੇਣੇ ਹੀ ਪੈਣਗੇ। ਠੀਕ ਹੈ, ਇਹ ਅਲੱਗ ਹੋ ਗਿਆ। ਠੀਕ ਹੈ, ਲੇਬਰ ਕੋਸਟ। ਠੀਕ ਹੈ, ਲੇਬਰ ਕੋਸਟ ਅਲੱਗ ਹੋ ਗਿਆ ਉਸ। ਠੀਕ ਹੈ ਨਾ, ਉਰੇ ਜਿਹੜੇ ਐਕਸਪੈਂਸਿਸ ਉਹਨੇ ਕੀ ਆ, ਕਿਹਨਾਂ ਨੂੰ ਛੱਡ ਕੇ? ਮਟੀਰੀਅਲ ਕੋਸਟ ਅਤੇ ਲੇਬਰ ਕੋਸਟ ਨੂੰ ਛੱਡ ਕੇ। ਅਤੇ ਜਦੋਂ ਤੁਹਾਨੂੰ ਹੁਣ ਡਾਇਰੈਕਟ ਐਕਸਪੈਂਸਿਸ ਦੀ ਗੱਲ ਕਰ ਰਹੇ ਹਾਂ, ਇਸ ਵਿੱਚ ਉਸਨੇ ਕੀ ਇਨਕਲੂਡ ਕੀਤਾ ਕਿ ਦੇਖੋ, ਆਲ ਡਾਇਰੈਕਟ ਕੋਸਟਿਸ ਅਦਰ, ਆਲ ਡਾਇਰੈਕਟ ਕੋਸਟਿਸ ਮਤਲਬ ਆਲ ਡਾਇਰੈਕਟ ਐਕਸਪੈਂਸਿਸ ਅਦਰ ਦੈਨ ਡਾਇਰੈਕਟ ਮਟੀਰੀਅਲ ਐਂਡ ਡਾਇਰੈਕਟ ਲੇਬਰ। ਠੀਕ ਹੈ, ਜਿਹੜੀ ਡਾਇਰੈਕਟ ਲੇਬਰ ਹੈ ਨਾ, ਉਸ ਨੂੰ ਛੱਡ ਕੇ ਟਰਮਡ ਹੈਜ਼ ਅ ਡਾਇਰੈਕਟ ਐਕਸਪੈਂਸਿਸ। ਜਿਹੜੀ ਡਾਇਰੈਕਟ ਲੇਬਰ ਦੀ ਕੋਸਟ ਹੈ ਨਾ, ਉਹਨੂੰ ਛੱਡ ਕੇ ਮੇਰੇ ਜਿਹੜੇ ਐਕਸਪੈਂਸਿਸ ਆ ਰਹੇ ਨੇ, ਉਹ ਸਾਰੇ ਕੀ ਹੋਣਗੇ? ਮੇਰੇ ਡਾਇਰੈਕਟ ਐਕਸਪੈਂਸਿਸ ਹੋਣਗੇ। ਫਰਕ ਹੈ, ਜਿਹੜੀ ਲੇਬਰ ਦੀ ਕੋਸਟ ਹੁੰਦੀ ਹੈ ਨਾ, ਅਤੇ ਲੇਬਰ ਦੀ ਕੋਸਟ 'ਤੇ ਜਿਹੜੇ ਆਪਾਂ ਵੇਜਿਸ ਪੇ ਕਹਿ ਰਹੇ ਹਾਂ, ਇਹਨਾਂ ਦੋਨਾਂ 'ਚ ਫਰਕ ਹੈ। ਫਰਕ ਕਿਉਂ ਹੈ? ਕਿਉਂਕਿ ਲੇਬਰ ਕੋਸਟ ਜਿਹੜੀ ਹੋਊਗੀ, ਉਹ ਮੈਂ ਇੱਕ ਪਰਟੀਕੂਲਰ ਪ੍ਰੋਡਕਟ ਦੇ ਉੱਪਰ ਜਿਹੜੀ ਮੇਰੀ ਲੇਬਰ ਕੋਸਟ ਲੱਗੇਗੀ, ਉਸ ਨੂੰ ਹਮੇਸ਼ਾ ਮੈਂ ਕਦੇ ਵੀ ਡਾਇਰੈਕਟ ਐਕਸਪੈਂਸਿਸ ਵਿੱਚ ਇਨਕਲੂਡ ਨਹੀਂ ਕਰਾਂਗਾ। ਜਿਹੜੇ ਮੈਂ ਵੇਜਿਸ ਹੋਣਗੀਆਂ,
ਜਿਹੜੀ ਮੈਂ ਮਜ਼ਦੂਰੀ ਦੇਵਾਂਗਾ ਉਸ ਨੂੰ ਮੈਂ ਹਮੇਸ਼ਾ ਡਾਇਰੈਕਟ ਐਕਸਪੈਂਸਿਸ ਵਿੱਚ ਇੰਕਲੂਡ ਕਰਾਂਗਾ। ਮਗਰ ਜਿਹੜੀ ਲੇਬਰ ਕੋਸਟ ਹੋਏਗੀ, ਲੇਬਰ ਕੋਸਟ ਮਤਲਬ ਕਿ ਮੇਰੇ ਇਸ ਪ੍ਰੋਡਕਟ ਨੂੰ ਬਣਾਉਣ ਦੇ ਉੱਪਰ ਇੰਨੀ ਲੇਬਰ ਲੱਗੇਗੀ, ਲੇਬਰ ਲੱਗਣਾ ਅਤੇ ਜਿਹੜੀ ਮਜ਼ਦੂਰੀ ਦੇਣੀ ਉਹਨਾਂ 'ਚ ਫ਼ਰਕ ਹੈ। ਕਿਉਂਕਿ ਜਿਹੜੀ ਲੇਬਰ ਕੋਸਟ ਹੁੰਦੀ ਹੈ ਨਾ ਉਹ ਉਸ ਪ੍ਰੋਡਕਟ ਦੇ ਵਿੱਚ ਇਨਕਲੂਡ ਹੁੰਦੀ ਹੈ, ਠੀਕ ਹੈ ਨਾ, ਕਿਉਂਕਿ ਉਸ ਪ੍ਰੋਡਕਟ ਦੇ ਉੱਪਰ ਲੱਗ ਕੇ ਹੀ ਉਹ ਚੀਜ਼ ਤਿਆਰ ਹੋਣੀ ਹੈ, ਠੀਕ ਹੈ ਨਾ, ਕਿਉਂਕਿ ਇੱਕ ਤੈਅ ਹੁੰਦੀ ਹੈ ਸਮਾਂ। ਕਿਉਂਕਿ ਕੋਸਟ ਅਕਾਊਂਟਿੰਗ ਕੀ ਕਰਦਾ ਹੈ, ਜੋ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ ਨਾ ਕਿ ਲੇਬਰ ਕੋਸਟ ਵੀ ਤੈਅ ਹੁੰਦੀ ਹੈ ਕਿ ਮਸ਼ੀਨ ਆਪਣੀ ਜਿੰਨਾ ਉਹਦਾ ਵੇਜਿਸ ਪਰ ਆਰ ਕਿੰਨੇ ਆਪਾਂ ਦੇਵਾਂਗੇ, ਠੀਕ ਹੈ ਨਾ, ਉਹ ਪੂਰਾ ਇੱਕ ਉਸ ਕੋਸਟ ਨੂੰ ਪ੍ਰੋਡਕਟ ਨੂੰ ਬਣਾਉਣ ਦੇ ਵਿੱਚ ਜਿਹੜੀ ਟੋਟਲ ਕੋਸਟ ਨਿਕਲਦੀ ਉਹਦੇ ਵਿੱਚ ਲੇਬਰ ਕੋਸਟ ਤਾਂ ਲੱਗਣੀ ਹੀ ਲੱਗਣੀ ਹੈ, ਤਾਂ ਹੀ ਸਾਨੂੰ ਉਹਦੀ ਐਕਚੁਅਲ ਕੋਸਟ ਪਤਾ ਲੱਗ ਸਕਦੀ ਹੈ। ਤਾਂ ਇਸ ਤਰ੍ਹਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਡਾਇਰੈਕਟ ਐਕਸਪੈਂਸਿਸ ਹੁੰਦੀ ਹੈ ਉਹ ਹਮੇਸ਼ਾ ਡਾਇਰੈਕਟ ਮਟੀਰੀਅਲ ਨੂੰ ਛੱਡ ਕੇ ਅਤੇ ਡਾਇਰੈਕਟ ਲੇਬਰ ਨੂੰ ਛੱਡ ਕੇ ਜਿੰਨੇ ਵੀ ਮੇਰੇ ਐਕਸਪੈਂਸਿਸ ਹੋਣਗੇ ਉਹ ਸਾਰੇ ਡਾਇਰੈਕਟ ਐਕਸਪੈਂਸਿਸ ਹੋਣਗੇ, ਠੀਕ ਹੈ। ਜਿਵੇਂ ਕਿ ਕੋਸਟ ਆਫ ਵੇਜਿਸ, ਠੀਕ ਹੈ, ਮਜ਼ਦੂਰੀ ਦੀ ਜਿੰਨੀ ਵੀ ਕੋਸਟ ਹੈ, ਇਨਵਰਡ ਕੈਰੇਜਿਸ, ਫਰੇਟ, ਕੋਸਟ ਆਫ ਪੇਟੈਂਟਸ ਅਤੇ ਰੋਇਲਟੀਜ਼, ਠੀਕ ਹੈ ਫਰੈਂਡਸ। ਇਨਡਾਇਰੈਕਟ ਐਕਸਪੈਂਸਿਸ ਕਿਹੜੇ ਹੋਣਗੇ? ਇਨਡਾਇਰੈਕਟ ਐਕਸਪੈਂਸ ਤੁਹਾਨੂੰ ਮੈਂ ਦੱਸੇ ਸੀ, ਜੋ ਇਸਦੀ ਆਈਡੈਂਟੀਫਾਈਡ ਨਾ ਹੋਣ ਕਿਹੜੇ ਹੋ ਸਕਦੇ ਆ? ਫੈਕਟਰੀ ਓਵਰਹੈਡਸ, ਜਿੰਨੇ ਵੀ ਫੈਕਟਰੀ ਦੇ ਖਰਚੇ ਹੈ। ਤੁਹਾਨੂੰ ਪਿੱਛੇ ਜੇ ਮੈਂ ਕੋਸਟ ਸ਼ੀਟ ਕਰਾਇਆ ਹੈ ਤੁਸੀਂ ਇਹਨੂੰ ਇੱਕ ਵਾਰੀ ਦੇਖ ਲਿਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਫੈਕਟਰੀ ਦੇ ਖਰਚੇ ਹੋ ਸਕਦੇ ਆ। ਤੁਹਾਨੂੰ ਪਰਫੋਰਮਾ ਵੀ ਸਮਝਾਇਆ ਸੀ ਅਤੇ ਇੱਕ ਨਮੈਰੀਕਲ ਵੀ ਕਰਕੇ ਦਿਖਾਇਆ ਸੀ। ਤੁਹਾਨੂੰ ਉੱਥੋਂ ਇੱਕ ਵਾਰੀ ਦੁਬਾਰਾ ਤੁਸੀਂ ਧਿਆਨ 'ਚ ਆ ਜਾਏਗਾ ਕਿ ਤੁਹਾਨੂੰ ਫੈਕਟਰੀ ਓਵਰਹੈਡ ਜਿੰਨੇ ਵੀ ਹੁੰਦੇ ਆ ਮੇਰੇ ਇਨਡਾਇਰੈਕਟ ਐਕਸਪੈਂਸਿਸ ਹੁੰਦੇ ਨੇ, ਠੀਕ ਹੈ। ਇਸ ਵਿੱਚ ਇਕੱਲੇ ਫੈਕਟਰੀ ਓਵਰਹੈਡਸ ਨਹੀਂ ਹੋ ਸਕਦੇ, ਹੋਰ ਵੀ ਹੋ ਸਕਦੇ, ਆਫਿਸ ਦੇ ਓਵਰਹੈਡ ਹੋ ਸਕਦੇ ਆ, ਠੀਕ ਹੈ। ਸੈਲਿੰਗ ਐਂਡ ਡਿਸਟਰੀਬਿਊਸ਼ਨ ਦੇ ਓਵਰਹੈਡ ਹੋ ਸਕਦੇ ਆ। ਓਵਰਹੈਡ ਮਤਲਬ ਇਨਡਾਇਰੈਕਟ ਐਕਸਪੈਂਸਿਸ, ਠੀਕ ਹੈ ਫਰੈਂਡਸ। ਹੁਣ ਠੀਕ ਹੈ, ਉਰੇ ਇਨਡਾਇਰੈਕਟ ਮਟੀਰੀਅਲ ਮੈਂ ਉਹ ਤਾਂ ਮੈਂ ਤੁਹਾਨੂੰ ਕਹਿ ਹੀ ਦਿੱਤਾ, ਮਗਰ ਤੁਸੀਂ ਉਰੇ ਵੀ ਦੇਖ ਸਕਦੇ ਹੋ, ਠੀਕ ਹੈ। ਉਹ ਤੁਹਾਨੂੰ ਉਰੇ ਗਰੀਸ, ਆਇਲ, ਲੂਬਰੀਕੈਂਟਸ, ਸਮੋਲ ਟੂਲਸ, ਬਰਸ਼ਿਸ ਫॉर ਸਵੀਪਿੰਗ, ਸੈਂਡਰੀ ਸਪਲਾਇਰਸ, ਗਮਸ, ਨੇਲਸ, ਕੰਜ਼ਿਊਮਰ ਸਟੋਰਸ, ਫੈਕਟਰੀ ਪ੍ਰਿੰਟਿੰਗ, ਸਟੇਸ਼ਨਰੀ। ਇਨਡਾਇਰੈਕਟ ਲੇਬਰ ਕਿਹੜੀ ਕਿਹੜੀ ਹੋਗੀ, ਠੀਕ ਹੈ। ਇਨਡਾਇਰੈਕਟ ਲੇਬਰ ਵੀ ਸਮਝਾ ਦੇਣਾ ਤੁਹਾਨੂੰ ਉਰੇ ਮੈਂ, ਠੀਕ ਹੈ, ਜਿਹੜੀ ਇਨਡਾਇਰੈਕਟ ਐਕਸਪੈਂਸਿਸ ਦੇ ਵਿੱਚ ਇੰਕਲੂਡ ਹੁੰਦੀ ਹੈ। ਸੈਲਰੀ ਆਫ ਦੀ ਫੈਕਟਰੀ ਮੈਨੇਜਰ, ਫੋਰਮੈਨ, ਸੁਪਰਵਾਈਜ਼ਰ, ਕਲਰਕ, ਸੈਲਰੀ ਆਫ ਦੀ ਸਟੋਰ ਕੀਪਰ, ਠੀਕ ਹੈ, ਸਿਕਿਉਰਿਟੀ ਸਟਾਫ, ਟਾਈਮ ਕੀਪਰ, ਸੈਲਰੀ ਐਂਡ ਫੀਸ ਫੈਕਟਰੀ, ਠੀਕ ਹੈ। ਟੈਕਨੀਕਲ ਡਾਇਰੈਕਟਰ, ਕੰਟਰੀਬਿਊਸ਼ਨ ਆਫ ਦੀ ਪੈਨਸ਼ਨ ਫੰਡ, ਲੀਵ ਪੇ ਆਫ ਫੈਕਟਰੀ ਇੰਪਲੋਏ, ਠੀਕ ਹੈ। ਇਹ ਕੰਟਰੀਬਿਊਸ਼ਨ ਆਫ ਦੀ ਪੈਨਸ਼ਨ ਫੰਡ, ਲੀਵ ਆਫ ਦੀ ਫੈਕਟਰੀ ਇੰਪਲੋਏ ਦੀ ਗੱਲ ਹੋ ਰਹੀ ਹੈ ਉਰੇ, ਠੀਕ ਹੈ। ਇਹ ਕਿਹੜੇ ਖਰਚੇ ਹੋਣਗੇ? ਮੇਰੇ ਫੈਕਟਰੀ ਦੇ ਖਰਚੇ ਹੋਣਗੇ। ਜਿਹੜੇ ਇਨਡਾਇਰੈਕਟ ਲੇਬਰ ਲੱਗ ਰਹੀ ਹੈ ਉਹ ਕਿਹੜੇ ਕਿਹੜੇ ਖਰਚੇ ਹੋਣਗੇ? ਇਹ ਸਾਰੇ ਖਰਚੇ ਹੋਣਗੇ। ਇਨਡਾਇਰੈਕਟ ਮਟੀਰੀਅਲ ਕਿਹੜੇ ਕਿਹੜੇ ਹੋਣਗੇ? ਇਹ ਹੋਣਗੇ, ਠੀਕ ਹੈ। ਇਹਦੇ ਪਾਰਟ ਦੇ ਵਿੱਚ ਇੰਕਲੂਡ ਇਨਡਾਇਰੈਕਟ ਐਕਸਪੈਂਸਿਸ ਵਿੱਚ ਇਨਡਾਇਰੈਕਟ ਮਟੀਰੀਅਲ ਦੀ ਜੇ ਆਪਾਂ ਗੱਲ ਕਰਾਂਗੇ, ਇਨਡਾਇਰੈਕਟ ਮਟੀਰੀਅਲ 'ਚ ਕਿਹੜੇ ਕਿਹੜੇ ਆ ਜਾਣਗੇ? ਇਹ ਆ ਜਾਣਗੇ। ਅਤੇ ਇਨਡਾਇਰੈਕਟ ਲੇਬਰ ਵਿੱਚ ਕਿਹੜੇ ਕਿਹੜੇ ਆ ਜਾਣਗੇ? ਇਹ ਆ ਜਾਣਗੇ, ਠੀਕ ਹੈ ਫਰੈਂਡਸ। ਹੁਣ ਇਨਡਾਇਰੈਕਟ ਐਕਸਪੈਂਸਿਸ, ਰੈਂਟ ਆਫ ਦੀ ਫੈਕਟਰੀ ਬਿਲਡਿੰਗ, ਠੀਕ ਹੈ, ਰੈਂਟ ਆਫ ਦੀ ਫੈਕਟਰੀ ਬਿਲਡਿੰਗ, ਲੈਂਡ ਇੰਸ਼ੋਰੈਂਸ, ਬਿਲਡਿੰਗ ਇੰਸ਼ੋਰੈਂਸ ਆਫ ਦੀ ਫੈਕਟਰੀ ਬਿਲਡਿੰਗ, ਪਲਾਂਟ ਮਸ਼ੀਨਰੀ, ਮਿਊਨਸੀਪਲ ਟੈਕਸਿਸ, ਫੈਕਟਰੀ ਬਿਲਡਿੰਗ, ਠੀਕ ਹੈ, ਡੈਪਰੇਸ਼ਨ ਆਫ ਦੀ ਫੈਕਟਰੀ ਬਿਲਡਿੰਗ, ਪਲਾਂਟ ਮਸ਼ੀਨਰੀ, ਉਹ ਸਾਰੇ ਇਨਡਾਇਰੈਕਟ ਐਕਸਪੈਂਸਿਸ ਹੋ ਗਏ, ਠੀਕ ਹੈ। ਇਹ ਸਾਰੇ ਕਿਹੜੇ ਹੋ ਗਏ? ਇਨਡਾਇਰੈਕਟ ਐਕਸਪੈਂਸਿਸ ਹੋ ਗਏ, ਜੋ ਕਿ ਇਹਨਾਂ ਨੂੰ ਛੱਡ ਕੇ ਮੇਰੇ ਇਨਡਾਇਰੈਕਟ ਲੇਬਰ ਨੂੰ ਅਤੇ ਇਨਡਾਇਰੈਕਟ ਮਟੀਰੀਅਲ ਨੂੰ ਛੱਡ ਕੇ ਜਿਹੜੇ ਖਰਚੇ ਹੁੰਦੇ ਆ ਉਹ ਸਾਰੇ ਇਨਡਾਇਰੈਕਟ ਐਕਸਪੈਂਸਿਸ ਹੁੰਦੇ ਆ, ਠੀਕ ਹੈ। ਕੋਸਟ ਆਫ ਸੇਲ ਕੀ ਹੁੰਦੀ ਹੈ? ਦਾ ਟਰਮ ਕੋਸਟ ਆਫ ਸੇਲ ਯੂਜ਼ ਦੀ ਮਰਕੈਂਟਾਈਜ਼ਿੰਗ ਦੀ ਟ੍ਰੇਡਿੰਗ ਬਿਜ਼ਨਸ, ਠੀਕ ਹੈ। ਕੌਣ ਯੂਜ਼ ਕਰਦਾ ਹੈ? ਮਰਕੈਂਟਾਈਜ਼ਿੰਗ ਫੋਰ ਐਂਡ ਟ੍ਰੇਡਿੰਗ ਬਿਜ਼ਨਸ ਲਈ ਯੂਜ਼ ਹੁੰਦੇ ਨੇ, ਠੀਕ ਹੈ। ਕੋਸਟ ਆਫ ਸੇਲ, ਤਾਂ ਕੋਸਟ ਆਫ ਸੇਲ 'ਚ ਕੀ ਇਨਵੋਲਵ ਹੁੰਦਾ? ਆਈਡੈਂਟੀਫਿਕੇਸ਼ਨ ਆਫ ਦੀ ਐਕਸਪੈਂਸਿਸ ਰਿਲੇਟਿਡ ਟੂ ਦਾ ਟ੍ਰੇਡਿੰਗ ਪ੍ਰੋਸੈਸ, ਓਪਨਿੰਗ ਸਟਾਕ ਪਲੱਸ ਨੈਟ ਪਰਚੇਸਿਸ ਮਾਈਨਸ ਕਲੋਜ਼ਿੰਗ ਸਟਾਕ। ਇਹ ਮੇਰੀ ਕੀ ਹੋ ਜਾਏਗੀ? ਕੋਸਟ ਆਫ ਸੇਲਸ ਹੋ ਜਾਏਗੀ, ਠੀਕ ਹੈ। ਓਪਨਿੰਗ ਪਲੱਸ ਕੀ ਹੋ ਜਾਏਗਾ ਦੱਸੋ ਮੈਨੂੰ? ਓਪਨਿੰਗ ਪਲੱਸ ਨੈਟ ਪਰਚੇਸਿਸ ਮਾਈਨਸ ਕਲੋਜ਼ਿੰਗ ਸਟਾਕ, ਠੀਕ ਹੈ। ਗਰੋਸ ਪ੍ਰੋਫਿਟ, ਆਪਰੇਟਿੰਗ ਪ੍ਰੋਫਿਟ ਅਤੇ ਨੈਟ ਪ੍ਰੋਫਿਟ ਬਾਰੇ ਆਪਾਂ ਦੱਸਦੇ ਹਾਂ, ਠੀਕ ਹੈ। ਗਰੋਸ ਪ੍ਰੋਫਿਟ ਕੀ ਹੁੰਦੇ ਨੇ? ਆ ਕੰਪਨੀ ਨੈਟ ਰੈਵਨਿਊ ਮਾਈਨਸ ਕੋਸਟ ਆਫ ਗੁੱਡ ਸੋਲਡ ਔਰ ਕੋਸਟ ਜਿਹੜਾ ਨੈਟ ਰੈਵਨਿਊ ਹੁੰਦਾ ਉਹਦਾ, ਜਿੰਨਾ ਵੀ ਉਹਦਾ ਰੈਵਨਿਊ ਹੁੰਦਾ ਉਸ ਵਿੱਚੋਂ ਮੈਂ ਜੇ ਕੋਸਟ ਆਫ ਗੁੱਡ ਸੋਲਡ ਜਾਂ ਔਰ ਕੋਸਟ ਆਫ ਸੇਲ ਮਾਈਨਸ ਕਰਦਾ ਤਾਂ ਆਪਰੇਟਿੰਗ ਪ੍ਰੋਫਿਟ ਇਜ਼ ਅ ਕੰਪਨੀ ਗਰੋਸ ਪ੍ਰੋਫਿਟ ਨਿਕਲ ਆਉਂਦਾ। ਗਰੋਸ ਪ੍ਰੋਫਿਟ ਨਿਕਲ ਆਉਂਦਾ, ਪਹਿਲੀ ਗੱਲ ਕਹਿ ਰਹੇ ਹੋ, ਠੀਕ ਹੈ ਨਾ। ਪਹਿਲੇ ਦਾ ਕੀ ਕਹਿ ਰਿਹਾ ਉਹ ਦੱਸੋ ਮੈਨੂੰ? ਨੈਟ ਰੈਵਨਿਊ, ਜਿੰਨਾ ਉਹਦਾ ਨੈਟ ਰੈਵਨਿਊ ਹੈ, ਠੀਕ ਹੈ। ਸੇਲ ਨੂੰ ਆਪਾਂ ਨੈਟ ਰੈਵਨਿਊ ਕਵਾਂਗੇ ਅਤੇ ਜਿਸ 'ਚੋਂ ਮੈਂ ਕੀ ਮਾਈਨਸ ਕਰ ਦਾਂਗਾ? ਕੋਸਟ ਆਫ ਗੁੱਡ ਸੋਲਡ ਮਾਈਨਸ ਕਰ ਦਾਂਗਾ। ਕੋਸਟ ਆਫ ਗੁੱਡ ਸੋਲਡ ਜਾਂ ਕੋਸਟ ਆਫ ਸੇਲਸ ਮਾਈਨਸ ਕਰ ਦਾਂਗਾ ਤਾਂ ਕੀ ਆਨਸਰ ਆ ਜਾਏਗਾ ਮੇਰਾ? ਗਰੋਸ ਪ੍ਰੋਫਿਟ ਆ ਜਾਏਗਾ ਨਾ। ਗਰੋਸ ਪ੍ਰੋਫਿਟ ਕਿਵੇਂ ਨਿਕਲਦਾ? ਰੈਵਨਿਊ ਮਾਈਨਸ ਕੀ? ਮਾਈਨਸ ਕੋਸਟ ਆਫ ਗੁੱਡ ਸੋਲਡ। ਤੁਹਾਨੂੰ ਪਤਾ ਕੋਸਟ ਆਫ ਗੁੱਡ ਸੋਲਡ ਕਿਵੇਂ ਨਿਕਾਲੀਦਾ? ਓਪਨਿੰਗ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ, ਠੀਕ ਹੈ। ਮਾਈਨਸ ਜਾਂ ਕੋਸਟ ਆਫ ਗੁੱਡ ਸੋਲਡ ਜਾਂ ਕੋਸਟ ਆਫ ਸੇਲ, ਸੇਮ ਹੀ ਗੱਲ ਹੈ, ਠੀਕ ਹੈ।
ਤਾਂ ਇਹ ਮਾਈਨਸ ਕਰਾਂਗੇ ਕੀ ਆ ਜਾਏਗਾ ਮੇਰਾ ਗਰੋਸ ਪ੍ਰੋਫਿਟ ਆ ਜਾਏਗਾ। ਰੈਵਨਿਊ ਕਿਹਨੂੰ ਕਵਾਂਗੇ ਆਪਾਂ, ਸੇਲ ਨੂੰ ਕਵਾਂਗੇ। ਤਾਂ ਆਪਰੇਟਿੰਗ ਪ੍ਰੋਫਿਟ ਕਿਹਨੂੰ ਕਵਾਂਗੇ, ਆਪਾਂ ਨੂੰ ਗਰੋਸ ਪ੍ਰੋਫਿਟ ਪਤਾ ਲੱਗ ਗਿਆ। ਆਪਰੇਟਿੰਗ ਪ੍ਰੋਫਿਟ ਕੀ ਹੁੰਦਾ ਹੈ, ਆਪਰੇਟਿੰਗ ਪ੍ਰੋਫਿਟ ਇਜ਼ ਦਾ ਗਰੋਸ ਪ੍ਰੋਫਿਟ ਮਾਈਨਸ ਦੀ ਕਮਰਸ਼ੀਅਲ ਐਕਸਪੈਂਸਿਸ ਆਫ ਦਾ ਕੰਪਨੀ। ਜਿੰਨੇ ਮੇਰੇ ਕਮਰਸ਼ੀਅਲ ਐਕਸਪੈਂਸਿਸ ਹੈ ਉਹਨਾਂ ਨੂੰ ਮੈਂ ਮਾਈਨਸ ਕਰਦਾ ਤਾਂ ਮੇਰਾ ਆਪਰੇਟਿੰਗ ਪ੍ਰੋਫਿਟ ਨਿਕਲ ਆਉਂਦਾ। ਠੀਕ ਹੈ, ਤਾਂ ਨੈਟ ਪ੍ਰੋਫਿਟ ਕਿਵੇਂ ਨਿਕਲਦਾ ਹੈ, ਨੈਟ ਪ੍ਰੋਫਿਟ ਇਜ਼ ਦਾ ਮਾਈਨਸ ਦੀ ਫਾਈਨੈਂਸ਼ੀਅਲ ਚਾਰਜਿਸ, ਟੈਕਸਿਸ ਐਂਡ ਅਦਰ ਐਕਸਪੈਂਸਿਸ। ਜਿੰਨੇ ਫਾਈਨੈਂਸ਼ੀਅਲ ਚਾਰਜਿਸ ਹੁੰਦੇ ਆ, ਠੀਕ ਹੈ, ਫਾਈਨੈਂਸ਼ੀਅਲ ਚਾਰਜਿਸ ਹੁੰਦੇ ਆ, ਟੈਕਸਿਸ ਹੁੰਦੇ ਆ ਅਤੇ ਅਦਰ ਐਕਸਪੈਂਸਿਸ ਹੁੰਦੇ ਆ। ਜੇ ਮੈਂ ਆਪਰੇਟਿੰਗ ਪ੍ਰੋਫਿਟ ਚੋਂ ਫਾਈਨੈਂਸ਼ੀਅਲ ਚਾਰਜਿਸ, ਟੈਕਸਿਸ ਅਤੇ ਅਦਰ ਐਕਸਪੈਂਸਿਸ ਮਾਈਨਸ ਕਰਦਾ ਤਾਂ ਮੇਰਾ ਪਲੱਸ ਅਦਰ ਇਨਕਮ, ਠੀਕ ਹੈ, ਪਲੱਸ ਅਦਰ ਇਨਕਮ ਕਰ ਦੇਵਾਂ ਤਾਂ ਮੇਰਾ ਕੀ ਨਿਕਲ ਆਉਂਦਾ, ਨੈਟ ਪ੍ਰੋਫਿਟ ਨਿਕਲ ਆਉਂਦਾ। ਠੀਕ ਹੈ, ਨੈਟ ਪ੍ਰੋਫਿਟ ਨਿਕਲ ਆਉਂਦਾ। ਤਾਂ ਉਰੇ ਤੁਹਾਨੂੰ ਜਿਹੜੇ ਕਮਰਸ਼ੀਅਲ ਐਕਸਪੈਂਸਿਸ ਹੈ ਉਹ ਤੁਹਾਨੂੰ ਇੱਕ ਵਾਰੀ ਦੱਸ ਦਿੰਦੇ ਕਿਹੜੇ ਕਿਹੜੇ ਹੋ ਸਕਦੇ ਆ, ਮਾਰਕੀਟਿੰਗ ਐਕਸਪੈਂਸਿਸ ਹੋ ਸਕਦੇ ਆ, ਸਾਰੇ ਐਡਮਿਨਿਸਟ੍ਰੇਸ਼ਨ ਐਕਸਪੈਂਸਿਸ ਹੋ ਸਕਦੇ ਆ। ਜੇ ਇਹਨਾਂ ਨੂੰ ਮੈਂ ਕੰਬਾਈਨ ਕਰ ਦੇਵਾਂ, ਮਾਰਕੀਟਿੰਗ ਐਕਸਪੈਂਸਿਸ ਤੁਹਾਨੂੰ ਪਤਾ ਹੀ ਹੋਣਗੇ ਕਿਹੜੇ ਕਿਹੜੇ ਹੋ ਸਕਦੇ ਆ। ਠੀਕ ਹੈ, ਮਾਰਕੀਟਿੰਗ ਐਕਸਪੈਂਸਿਸ ਪਲੱਸ ਐਡਮਿਨਿਸਟ੍ਰੇਟਿਵ ਐਕਸਪੈਂਸਿਸ ਨੂੰ ਜੇ ਮੈਂ ਕੰਬਾਈਨ ਕਰਦਾ ਤਾਂ ਮੇਰਾ ਕੀ ਨਿਕਲ ਆਉਂਦਾ, ਕਮਰਸ਼ੀਅਲ ਐਕਸਪੈਂਸਿਸ। ਕਮਰਸ਼ੀਅਲ ਐਕਸਪੈਂਸਿਸ ਜਦੋਂ ਆਪਾਂ ਮਾਈਨਸ ਕਰਦੇ ਹਾਂ ਗਰੋਸ ਪ੍ਰੋਫਿਟ ਚੋਂ ਕੀ ਨਿਕਲਦਾ ਆਪਣਾ, ਆਪਰੇਟਿੰਗ ਪ੍ਰੋਫਿਟ ਚੋਂ ਆਪਾਂ ਜੇ ਫਾਈਨੈਂਸ਼ੀਅਲ ਚਾਰਜ, ਟੈਕਸਿਸ ਮਾਈਨਸ ਕਰ ਦਈਏ ਤੇ ਇਨਕਮ ਨੂੰ ਐਡ ਕਰ ਲਈਏ ਤਾਂ ਕੀ ਨਿਕਲ ਆਏਗਾ, ਮੇਰਾ ਨੈਟ ਪ੍ਰੋਫਿਟ ਨਿਕਲ ਆਊਗਾ। ਠੀਕ ਹੈ ਫਰੈਂਡਸ, ਆਪਾਂ ਕੁਛ MCQs ਦੀ ਦੇਖ ਲੈਂਦੇ ਹਾਂ, ਪ੍ਰੈਕਟਿਸ ਕਰ ਲਈ ਆਪਾਂ ਜੋ ਆਪਾਂ ਨੇ ਹੁਣ ਤੱਕ ਜਿੰਨਾ ਵੀ ਕੀਤਾ, ਮਤਲਬ ਕਿ ਆਪਾਂ ਨੇ ਹੁਣ ਤੱਕ ਜਿੰਨਾ ਕੋਰਸ ਦਾ ਕੰਸੈਪਟ ਪੜ੍ਹਿਆ ਉਹਦੇ ਉੱਪਰ ਆਪਾਂ ਕੁਛ MCQs ਵੀ ਪੜ੍ਹ ਲੈਂਦੇ ਹਾਂ। ਠੀਕ ਹੈ, ਤਾਂ ਕਿ ਸਾਡੀ ਪ੍ਰੈਕਟਿਸ ਹੋ ਜਾਣਗੀਆਂ, ਪ੍ਰੈਕਟਿਸ ਕਰਨੀ ਜ਼ਰੂਰੀ ਹੈ। ਪਹਿਲਾ ਹੈਗਾ ਰੈਵਨਿਊ ਮਾਈਨਸ ਓਲਡ ਡਾਇਰੈਕਟ ਕੋਸਟਿੰਗਸ of the making of the goods or supply the service is known as gross profit, cost of sales, expenses, net profit। ਦੱਸੋ ਇਹਦਾ ਆਨਸਰ ਆਏਗਾ, ਕੀ ਆਏਗਾ ਇਹਦਾ ਆਨਸਰ, ਜੇ ਰੈਵਨਿਊ ਚ ਮੈਂ ਡਾਇਰੈਕਟ ਕੋਸਟਿੰਗ ਆਫ ਦ ਮੇਕਿੰਗ ਆਫ ਦ ਗੁड्स ਔਰ ਸਪਲਾਈਂਗ ਆਫ ਦ ਸਰਵਿਸਿਸ ਇਸ ਨੋਨ ਹੈਜ਼, ਕੀ ਆਏਗਾ ਮੇਰਾ ਗਰੋਸ ਪ੍ਰੋਫਿਟ ਆਏਗਾ। ਠੀਕ ਹੈ, ਜੇ ਰੈਵਨਿਊ ਚ ਮੈਂ ਮਾਈਨਸ ਕਰਦਾ ਸਾਰੇ ਡਾਇਰੈਕਟ ਕੋਸਟਿੰਗ ਆਫ ਦ ਮੇਕਿੰਗ ਆਫ ਦ ਗੁड्स ਔਰ ਦ ਸਪਲਾਈਂਗ ਆਫ ਦ ਸਰਵਿਸਿਸ ਦਾ ਕੀ ਆ ਜਾਏਗਾ, ਮੇਰਾ ਗਰੋਸ ਪ੍ਰੋਫਿਟ ਆ ਜਾਏਗਾ। ਠੀਕ ਹੈ, ਸੈਕੰਡ ਕੁਐਸਚਨ ਹੈ ਡਿਊਰਿੰਗ ਕੋਸਟਿੰਗ ਪ੍ਰੋਸੈਸ ਟੂ ਅਰਾਈਵ ਐਟ ਦੀ ਗਰੋਸ ਪ੍ਰੋਫਿਟ ਆਫ ਦ ਟ੍ਰੇਡਿੰਗ ਬਿਜ਼ਨਸ ਵਿਚ ਵਨ ਆਫ ਦ ਫੋਲੋਇੰਗ ਇਜ਼ ਅ ਫਾਰਮੂਲਾ ਅਪਲਾਈਡ। ਜੇ ਮੈਂ ਕੋਈ ਗਰੋਸ ਪ੍ਰੋਫਿਟ ਕੱਢਣਾ ਹੋਏਗਾ ਤਾਂ ਮੈਂ ਕਿਹੜਾ ਫਾਰਮੂਲਾ ਅਪਲਾਈ ਕਰਾਂਗਾ, ਤੁਹਾਨੂੰ ਪਤਾ ਹੀ ਹੋਏਗਾ, ਦੱਸੋ ਮੈਨੂੰ। ਸੇਲ ਮਾਈਨਸ ਓਪਨਿੰਗ ਮਾਈਨਸ ਪਰਚੇਸਿਸ ਮਾਈਨਸ ਕਲੋਜ਼ਿੰਗ ਸਟਾਕ ਆਏਗਾ, ਜਾਂ ਸੇਲ ਮਾਈਨਸ ਓਪਨਿੰਗ ਪਲੱਸ ਪਰਚੇਸਿਸ ਪਲੱਸ ਕਲੋਜ਼ਿੰਗ ਸਟਾਕ ਆਏਗਾ, ਸੇਲ ਮਾਈਨਸ ਓਪਨਿੰਗ ਪਲੱਸ ਪਰਚੇਸਿਸ ਪਲੱਸ ਮਾਈਨਸ ਕਲੋਜ਼ਿੰਗ ਸਟਾਕ ਆਏਗਾ, ਸੇਲ ਮਾਈਨਸ ਓਪਨਿੰਗ ਮਾਈਨਸ ਪਰਚੇਸਿਸ ਪਲੱਸ ਕਲੋਜ਼ਿੰਗ ਸਟਾਕ ਆਏਗਾ। ਦੱਸੋ ਇਹ 'ਚ ਕਿਹੜਾ ਫਾਰਮੂਲਾ ਲੱਗੇਗਾ ਜਦੋਂ ਮੈंने ਗਰੋਸ ਪ੍ਰੋਫਿਟ ਕੱਢਣਾ ਹੋਏਗਾ, ਦੱਸੋ। ਇਹਦਾ ਆਨਸਰ ਆਏਗਾ, ਦੱਸੋ, ਇਹਦਾ ਆਨਸਰ ਆਏਗਾ ਸੀ, ਸੇਲ ਮਾਈਨਸ ਓਪਨਿੰਗ ਪਲੱਸ ਪਰਚੇਸਿਸ ਮਾਈਨਸ ਕਲੋਜ਼ਿੰਗ ਸਟਾਕ, ਜਿਹਦੇ ਨਾਲ ਮੇਰਾ ਗਰੋਸ ਪ੍ਰੋਫਿਟ ਨਿਕਲ ਆਏਗਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਡਾਇਰੈਕਟ ਐਕਸਪੈਂਸਿਸ ਆਰ, ਕੀ ਹੁੰਦੇ ਆ, ਕੈਰੇਜ ਇਨਵਰਡ ਆਊਟਵਰਡ, ਕੈਰੇਜ ਆਊਟਵਰਡ, ਸੌਰੀ ਮੇਰੇ ਖਿਆਲ ਤੇ ਰਿਪੀਟ ਹੋ ਗਿਆ, ਬੋਥ A ਐਂਡ C, ਦੱਸੋ। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ, ਇਹਦਾ ਆਨਸਰ ਆ ਜਾਏਗਾ ਕੈਰੇਜ ਇਨਵਰਡ। ਠੀਕ ਹੈ ਫਰੈਂਡਸ, ਕੀ ਆ ਜਾਏਗਾ, ਕੈਰੇਜ ਇਨਵਰਡ। ਨੈਟ ਪਰਚੇਸਿਸ ਇਕੁਅਲ ਦੀ ਇਨਵਾਇਸ ਅਮਾਊਂਟ ਐਂਡ, ਨੈਟ ਪਰਚੇਸਿਸ ਕਿਹੜੇ ਕਿਹੜੇ ਹੋਣਗੇ, ਇਕੁਅਲ ਕਿਸ ਦੇ ਹੋਣਗੇ, ਉਹ ਇਕੁਅਲ ਦੀ ਇਨਵਾਇਸ ਅਮਾਊਂਟ ਐਂਡ ਪਲੱਸ ਫਰੇਟ ਇਨ ਪਲੱਸ ਡਿਸਕਾਊਂਟਸ ਹੋਏਗਾ, ਲੈਸ ਪਰਚੇਸਿਸ ਰਿਟਰਨਸ ਪਲੱਸ ਪਰਚੇਸਿਸ ਅਲਾਊਂਸਿਸ ਹੋਏਗਾ, ਪਲੱਸ ਫਰੇਟ ਇਨ ਲੈਸ ਪਰਚੇਸਿਸ ਡਿਸਕਾਊਂਟਸ ਹੋਏਗਾ, ਪਲੱਸ ਡਿਸਕਾਊਂਟਸ ਲੈਸ ਪਰਚੇਸਿਸ ਰਿਟਰਨਸ ਹੋਏਗਾ। ਦੱਸੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨੈਟ ਪਰਚੇਸਿਸ ਆਪਾਂ ਕਿਹਨੂੰ ਕਹਿੰਦੇ ਹਾਂ। ਜੇ ਤੁਹਾਨੂੰ ਕੋਈ ਪ੍ਰੋਬਲਮ ਆਵੇ ਤੁਸੀਂ ਮੈਨੂੰ ਜ਼ਰੂਰ ਕੀ ਨਾਮ ਹੈ ਪੁੱਛਣਾ ਕਿ ਜੇ ਮੈਨੂੰ ਨਹੀਂ ਸਮਝ ਆਇਆ, ਤੁਹਾਨੂੰ ਨਹੀਂ ਸਮਝ ਆਇਆ ਤਾਂ ਠੀਕ ਹੈ, ਤੁਹਾਨੂੰ ਜ਼ਰੂਰ ਰਿਪਲਾਈ ਕਰਨਾ ਹੈ। ਜਿਵੇਂ ਬੱਚਾ ਪੁੱਛ ਰਿਹਾ ਸੀ ਕਿ ਜਿਵੇਂ ਪਿੱਛੇ ਜਿਹੜੇ ਕੁਐਸਚਨ ਪੁੱਛੇ ਉਹਦਾ ਆਨਸਰ ਕਿਉਂ ਨਹੀਂ ਮੈਂ ਦੇ ਰਿਹਾ ਜਾਂ ਮੈਂ ਐਕਸਪਲੇਨ ਨਹੀਂ ਕਰ ਰਿਹਾ, ਮੈਂ ਹਰੇਕ ਵੀਡੀਓ ਵਿੱਚ ਦੇ ਕਮੈਂਟ ਸੈਕਸ਼ਨ ਵਿੱਚ ਮੈਂ ਐਕਸਪਲੇਨ ਕਰ ਰਿਹਾ। ਮੈਂ ਉਦੋਂ ਐਕਸਪਲੇਨ ਕਰ ਰਿਹਾ ਜਦੋਂ ਤੁਹਾਡਾ ਪਾਰਟਿਸਿਪੇਟਿਵ ਜ਼ਿਆਦਾ ਹੁੰਦਾ ਹੈ। ਠੀਕ ਹੈ ਨਾ, ਜਦੋਂ ਤੁਹਾਡੀ ਪਾਰਟਿਸਪੇਸ਼ਨ ਜ਼ਿਆਦਾ ਹੁੰਦੀ ਹੈ।
ठीक है। ਹੁਣ ਜਿਹੜਾ ਮੈਂ ਤੁਹਾਨੂੰ ਕੱਲ ਵੀਡੀਓ ਬਣਾਈ ਹੈ, ਠੀਕ ਹੈ ਨਾ, ਕੱਲ ਜਿਹੜਾ ਲੈਕਚਰ ਬਣਾਇਆ ਤੁਹਾਡੇ ਲਈ, ਠੀਕ ਹੈ ਨਾ, ਜਿਸ ਵਿੱਚ ਤੁਹਾਨੂੰ ਮੈਂ ਕੁਐਸਚਨ ਪੁੱਛੇ 5, ਜਿਹੜਾ ਮੈਂ 50 MCQ ਦਾ ਟੈਸਟ ਲਿੱਤਾ ਹੈ, ਉਸਦੇ ਹਾਲੇ ਤੱਕ ਬੱਚਿਆਂ ਦੇ ਮੈਨੂੰ ਪੂਰੀ ਤਰ੍ਹਾਂ ਕਮੈਂਟ ਨਹੀਂ ਆਏ। ਜਦੋਂ ਮੈਨੂੰ ਕੁਛ ਕੁ ਕਮੈਂਟ ਆਉਣ ਲੱਗ ਜਾਣਗੇ ਮੈਂ ਉਹਦਾ ਆਨਸਰ ਪ੍ਰੋਵਾਈਡ ਕਰ ਦਾਂਗਾ। ਠੀਕ ਹੈ ਫਰੈਂਡਸ, ਮੈਨੂੰ ਤੁਹਾਡੇ ਆਨਸਰ ਚਾਹੀਦੇ। ਜੋ ਤੁਹਾਡੇ ਆਨਸਰ ਆਉਣ ਲੱਗ ਜਾਣਗੇ ਤੁਹਾਨੂੰ ਮੈਂ ਉਹਦਾ ਐਕਸਪਲੇਨ ਵੀ ਕਰ ਦਾਂਗਾ ਅਤੇ ਆਨਸਰ ਵੀ ਪ੍ਰੋਵਾਈਡ ਕਰ ਦਾਂਗਾ। ਠੀਕ ਹੈ ਨਾ ਫਰੈਂਡਸ, ਮੈਨੂੰ ਤੁਹਾਡੀ ਪਾਰਟੀਸਪੇਸ਼ਨ ਜ਼ਰੂਰੀ ਚਾਹੀਦੀ ਹੈ। ਜੇ ਤੁਸੀਂ ਪਾਰਟੀਸਪੇਟ ਕਰੋਗੇ ਤਾਂ ਉਹਦੇ ਆਨਸਰ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ। ਐਸਾ ਨਹੀਂ ਹੈ ਕਿ ਤੁਹਾਨੂੰ ਮੈਂ ਆਨਸਰ ਦਾ ਐਕਸਪਲੇਨ ਨਹੀਂ ਕਰਨਾ, ਮਗਰ ਮੈਂ ਤਾਂ ਕਹਿੰਦਾ ਕਿ ਤੁਹਾਨੂੰ ਵੀ ਸਮਝ ਆਵੇ। ਤੁਹਾਡੇ ਆਨਸਰ ਤਾਂ ਮੈਨੂੰ ਪਤਾ ਲੱਗਣਗੇ ਤੁਹਾਡੇ ਆਨਸਰ ਠੀਕ ਹੈ ਨਹੀਂ ਠੀਕ। ਮੈਂ ਤਾਂ ਐਕਸਪਲੇਨ ਕਰਦਾ, ਮਗਰ ਮੈਨੂੰ ਪਤਾ ਤਾਂ ਲੱਗੇ ਕਿ ਕਿਹੜੇ ਕਿਹੜੇ ਬੱਚੇ ਨੇ ਠੀਕ ਕੀਤੇ ਉਹ ਆਨਸਰ। ਠੀਕ ਹੈ ਨਾ ਫਰੈਂਡਸ। अगला क्वेश्चन है कॉस्ट ऑफ गुड्स सोल्ड इज क्लासीफाइड एज अ विच टाइप ऑफ द अकाउंट। किस टाइप ऑफ द अकाउंट है कॉस्ट ऑफ गुड्स सोल्ड, दसो मैनू। एसेट है, लाइबिलिटी है, रेवन्यू है, एक्सपेंस है। ये एसेट है। ठीक है फ्रेंड्स, ये एसेट है। हूँ उरे ਆਪਾਂ ਨੂੰ ਦਿੱਤਾ ਹੋਇਆ ਕੁਝ ਇਨਫੋਰਮੇਸ਼ਨ ਦਿੱਤੀ ਹੋਈ ਹੈ। ਸੇਲ ਦਿੱਤੀ ਹੈ 80,000, ਓਪਨਿੰਗ ਸਟਾਕ ਦਿੱਤਾ 10,000, ਨੈਟ ਪਰਚੇਸਿਸ ਦਿੱਤੇ 45,000, ਕੋਸਟ ਆਫ ਗੁੱਡ ਸੋਲਡ ਦਿੱਤਾ 50,000। ਆਪਾਂ ਨੇ ਕਲੋਜ਼ਿੰਗ ਸਟਾਕ ਦੀ ਵੈਲਿਊ ਕੱਢਣੀ ਹੈ। ਦੱਸੋ ਕਿਵੇਂ ਨਿਕਲੇਗੀ, ਮੈਨੂੰ ਦੱਸੋ। ਆਨਸਰ ਹੈਗਾ 10,000, 15,000, 5,000, 25,000। ਦੱਸੋ। देखो 10,000 से परचेसिस, कॉस्ट ऑफ गुड्स सोल्ड किमें निकलता है। ओपनिंग प्लस परचेसिस माइनस क्लोजिंग स्टॉक। अपन ने 45,000 प्लस कर लिया, 10,000 प्लस कर लिया, कितना हो गया 55,000। मेरे सामने की पे है, कॉस्ट ऑफ गुड्स सोल्ड पे है। कॉस्ट ऑफ गुड्स सोल्ड कितना पे है 50,000, यानी कि 5,000 की सी 55,000 मेरा जो इन्होंने प्लस करके आया है तो 5,000 की होना मेरा क्लोजिंग स्टॉक होना। ठीक है, 5,000 माइनस किया मैंने, ठीक है ना, 5,000 मैंने माइनस किया ताई मेरा 50,000 आया। तो 5,000 की हो गया मेरा क्लोजिंग स्टॉक हो गया, सी ऑप्शन। ठीक है फ्रेंड्स। अगला क्वेश्चन है विच ऑफ द फॉलोइंग इज यूज टू डिटरमाइन द कॉस्ट ऑफ गुड्स सोल्ड। इस किहड़े च यूज करना मेरा ਆਪਾਂ कॉस्ट ऑफ गुड्स सोल्ड ਕੱਢ ਸਕਦੇ ਹਾਂ। ਦੱਸੋ। ਬਿਗਨਿੰਗ ਇਨਵੈਂਟਰੀ ਪਲਸ ਪਰਚੇਸਿਸ, ਬਿਗਨਿੰਗ ਇਨਵੈਂਟਰੀ ਪਲਸ ਪਰਚੇਸਿਸ ਮਾਈਨਸ ਸੇਲਸ, ਬਿਗਨਿੰਗ ਇਨਵੈਂਟਰੀ ਪਲਸ ਨੈਟ ਪਰਚੇਸਿਸ ਪਲਸ ਡਾਇਰੈਕਟ ਐਕਸਪੈਂਸਿਸ ਮਾਈਨਸ ਐਂਡਿੰਗ ਇਨਵੈਂਟਰੀ, ਐਂਡਿੰਗ ਇਨਵੈਂਟਰੀ ਪਲਸ ਪਰਚੇਸਿਸ ਮਾਈਨਸ ਬਿਗਨਿੰਗ ਇਨਵੈਂਟਰੀ। ਕੁਛ ਟਰਮ 'ਚ ਜਿਹੜੀ ਡੈਫੀਨੇਸ਼ਨ ਹੈ ਨਾ ਉਹ 'ਚ ਚੇਂਜਿਸ ਹੈ, ਆਂਸਰ ਸੇਮ ਹੀ ਹੈ। ਠੀਕ ਹੈ ਨਾ, ਸੌਰੀ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ। ਇਹ ਆंसर आ जाएगा सी ऑप्शन, ओपनिंग प्लस नेट परचेजिस प्लस डायरेक्ट एक्सपेंसिस माइनस क्लोजिंग स्टॉक से की फर्क आ गया और इन्वेंटरी लिखा आ गया। ठीक है ना। विच ऑफ द फॉलोइंग विल नॉट बी कंसीडर्ड हैज अ कंपोनेंट ऑफ द कॉस्ट ऑफ स्टॉक। इन्हां चारां चों एक जिहड़ा कंपोनेंट नहीं है कॉस्ट ऑफ स्टॉक का, दसो। सैलरी ऑफ द सेलिंग स्टाफ, ट्रांसपोर्टेशन इनवर्ड कॉस्ट, इंपोर्ट ड्यूटीज, परचेज प्राइजिस। ਤੁਹਾਨੂੰ ਪਤਾ ਹੋਣਾ ਚਾਹੀਦਾ ਆਪਾਂ ਇੰਪੋਰਟ ਡਿਊਟੀ ਕਿਉਂ ਲਾਉਂਦੇ ਹਾਂ, ਫਿਰ ਤੁਹਾਡਾ ਆਨਸਰ ਨਿਕਲ ਆਏਗਾ। ਇਹਦਾ ਆਨਸਰ ਆਏਗਾ ਸੈਲਰੀ ਆਫ ਦੀ ਸੈਲਿੰਗ ਸਟਾਫ। ਠੀਕ ਹੈ, ਇਹ ਮੇਰੇ ਕੋਸਟ ਆਫ ਸਟਾਕ ਵਿੱਚ ਐਡ ਨਹੀਂ ਹੁੰਦਾ। ਕੋਸਟਿੰਗ ਟੀਮ ਮੈਂਬਰ ਕੈਲਕੂਲੇਟ ਦੀ ਗਰੋਸ ਪ੍ਰੋਫਿਟ, ਸੇਲ ਗਰੋਸ ਪ੍ਰੋਫਿਟ ਦੇਖਣਾ ਆਪਾਂ ਨੇ। ਠੀਕ ਹੈ, ਸੇਲ ਦਿੱਤੀ ਹੋਈ ਹੈ, ठीक है, सेल दी हुई है अपनी कितनी दी 6,000, कोस्ट ऑफ सेल दी है 5,000, ओपनिंग स्टॉक दिता 1,000, परचेसिस दिता 4,000, वेजिस दिते 2,000, ऑफिस रेंट दिता 1,000। अपन की करना ग्रोस प्रॉफिट कढ़ना है, दसो किवें कढ़ांगे आपां। जे तुहानूं मैनूं मेरा कोस्ट ऑफ सेल वाला देखिया होएगा, ਜਿਹੜਾ ਮੈਂ ਕੋਸਟ ਅਕਾਊਂਟਿੰਗ ਟਰਮ 'ਚ ਡੈਫੀਨੇਸ਼ਨ ਸਮਝਾਈ ਸੀ, ਤਾਂ ਤੁਹਾਨੂੰ ਸਮਝ ਆ ਚੁੱਕਾ ਹੋਏਗਾ ਕਿ ਇਹਦਾ ਆਨਸਰ ਕੀ ਹੋਏਗਾ। ਦੇਖੋ ਸੇਲ 'ਚੋਂ ਮੈਂ ਕੋਸਟ ਆਫ ਸੇਲ ਮਾਈਨਸ ਕਰ ਦਾਂਗਾ। ਜੇ ਕੋਸਟ ਆਫ ਸੇਲ ਮਾਈਨਸ ਕਰਦਾ ਤਾਂ ਮੇਰਾ ਪ੍ਰੋਫਿਟ ਨਿਕਲ ਆਏਗਾ ਡੀ ਆਪਸ਼ਨ 1,000 ਦਾ। ਠੀਕ ਹੈ ਫਰੈਂਡਸ। अगला क्वेश्चन है सैलिंग एक्सपेंसिस शोन इन द विच ऑफ द फॉलोइंग स्टेटमेंट। सैलिंग एक्सपेंसिस मैं कितने शो करता मैं, कोस्ट ऑफ गुड्स सोल्ड स्टेटमेंट्स, P&L अकाउंट, मैन्युफैक्चरिंग अकाउंट, P&L एप्रोवेशन अकाउंट। दसो।
ਇਹ ਮੈਂ ਕਰਦਾ ਪੀ ਐਨ ਅਕਾਊਂਟ 'ਚ, ਠੀਕ ਹੈ ਨਾ ਫਰੈਂਡਸ। ਸੈਲਿੰਗ ਐਕਸਪੈਂਸਿਸ ਮੈਂ ਕਿੱਥੇ ਸ਼ੋ ਕਰਦਾ, ਪੀ ਐਨ ਅਕਾਊਂਟ। ਪੀ ਐਨ ਅਕਾਊਂਟ 'ਚ ਇੰਡਾਇਰੈਕਟ ਐਕਸਪੈਂਸਿਸ ਆਉਂਦੇ, ਇੰਡਾਇਰੈਕਟ ਇਨਕਮ ਆਉਂਦੀ ਹੈ। Which one of the following could not be used to describe the summary of the company's assets, liabilities and capital at a specific date? ਇਹ 'ਚੋਂ ਕਿਹੜੀ ਚੀਜ਼ ਮੈਂ ਯੂਜ਼ ਨਹੀਂ ਕਰਦਾ ਜਿਸ ਨਾਲ ਮੈਂ ਡਿਸਕ੍ਰਾਈਬ ਕਰ ਸਕਾਂ ਸਮਰੀ ਜਿਹੜੀ ਹੈ ਐਸੈਟਸ, ਲਾਇਬਿਲਿਟੀ ਤੇ ਕੈਪੀਟਲ ਦੀ? ਪੀ ਐਨ ਅਕਾਊਂਟ, ਬੈਲੈਂਸ ਸ਼ੀਟ, ਪੋਜੀਸ਼ਨਲ ਸਟੇਟਮੈਂਟ, ਸਟੇਟਮੈਂਟ ਆਫ ਦੀ ਫਾਈਨੈਂਸ਼ੀਅਲ ਕੰਡੀਸ਼ਨ। ਦੱਸੋ ਮੈਨੂੰ, ਦੱਸੋ ਇਹ 'ਚੋਂ ਕਿਹੜਾ ਐਸਾ ਟਰਮ ਹੈ ਜਿਸ ਨੂੰ ਮੈਂ ਯੂਜ਼ ਨਹੀਂ ਕਰ ਸਕਦਾ? ਕਿ ਕਿਸ ਲਈ ਨਹੀਂ ਯੂਜ਼ ਕਰ ਸਕਦਾ? ਸਮਰੀ ਦੱਸਣ ਲਈ ਕੰਪਨੀ ਦੇ ਐਸੈਟ ਦੀ, ਲਾਇਬਿਲਿਟੀ ਤੇ ਕੈਪੀਟਲ ਦੀ। ਦੱਸੋ। ਦੱਸੋ ਇਹਦਾ ਕੀ ਆਨਸਰ ਹੋਇਆ? ਪੀ ਐਨ ਅਕਾਊਂਟ ਤਾਂ ਹੋ ਸਕਦਾ, ਬੈਲੈਂਸ ਸ਼ੀਟ ਹੋ ਸਕਦੀ ਹੈ, ਸਟੇਟਮੈਂਟ ਆਫ ਫਾਈਨੈਂਸ਼ੀਅਲ ਕੰਡੀਸ਼ਨ ਹੋ ਸਕਦਾ, ਪੋਜੀਸ਼ਨ ਸਟੇਟਮੈਂਟ। ਇਹ ਕਿੱਥੇ ਵੀ ਡਿਫਾਈਨ ਨਹੀਂ ਹੁੰਦਾ ਕਿ ਆਪਾਂ ਇਹ ਕਹਿ ਸਕੀਏ ਕਿ ਇਸ ਵਿੱਚ ਮੈਂ ਐਸੈਟ ਤੇ ਲਾਇਬਿਲਿਟੀ ਤੇ ਕੈਪੀਟਲ ਬਾਰੇ ਗੱਲ ਕਰ ਰਹੇ ਹਾਂ, ਠੀਕ ਹੈ। ਪੋਜੀਸ਼ਨ ਸਟੇਟਮੈਂਟ ਨਹੀਂ ਹੁੰਦੀ, ਸੀ ਆਪਸ਼ਨ। ਔਲ ਇੰਡਾਇਰੈਕਟ ਫੈਕਟਰੀ ਕੋਸਟ ਇਜ਼ ਰਿਕਾਰਡ ਅੰਡਰ ਦੀ ਕੋਸਟਿੰਗ ਹੈਡ। ਦੱਸੋ ਮੈਂ ਔਲ ਇੰਡਾਇਰੈਕਟ ਫੈਕਟਰੀ ਕੋਸਟ ਕਿਸ ਦੇ ਅੰਡਰ ਹੈਡ ਮੈਂ ਰਿਕਾਰਡ ਕਰਦਾ? ਪ੍ਰਾਈਮ ਕੋਸਟ, ਫੈਕਟਰੀ ਓਵਰਹੈਡ, ਡਾਇਰੈਕਟ ਲੇਬਰ ਕੋਸਟ, ਨਨ ਆਫ ਦੀ ਗਿਵਨ ਆਪਸ਼ਨਸ। ਦੱਸੋ ਐਫ ਓ ਐਚ ਕੀ ਹੈ? ਫੈਕਟਰੀ ਓਵਰਹੈਡ। ਕਿਹੜਾ ਆਪਸ਼ਨ ਠੀਕ ਹੋਏਗਾ ਇਸ ਚੋਂ? ਇਹਦਾ ਆਨਸਰ ਆਏਗਾ ਬੀ ਆਪਸ਼ਨ, ਠੀਕ ਹੈ। ਫੈਕਟਰੀ ਓਵਰਹੈਡ 'ਚ ਮੈਂ ਸਾਰੇ ਔਲ ਇੰਡਾਇਰੈਕਟ ਫੈਕਟਰੀ ਕੋਸਟ ਰਿਕਾਰਡ ਕਰਦਾ। ਇਫ ਬਿਜ਼ਨਸ ਪਰਚੇਸਿਸ ਗੁਡਸ ਫॉर ਰੀਸੇਲ ਪਰਪਸ, ਜੇ ਮੈਂ ਰੀਸੇਲ ਪਰਪਸ ਲਈ ਯੂਜ਼ ਕਰ ਰਿਹਾ ਤਾਂ ਮੈਂ ਉਹ ਸੱਚ ਪਰਚੇਸਿਸ ਨੂੰ ਆਰ ਚਾਰਜ ਟੂ ਕਿਸ 'ਚ ਰੱਖਾਂਗਾ ਮੈਂ? ਐਕਸਪੈਂਸਿਸ ਅਕਾਊਂਟ, ਸੇਲ ਅਕਾਊਂਟ, ਪਰਚੇਸਿਸ ਅਕਾਊਂਟ, ਨਨ ਆਫ ਦੀ ਗਿਵਨ ਆਪਸ਼ਨ। ਦੱਸੋ। ਜੇ ਮੈਂ ਰੀਸੇਲ ਪਰਪਸ ਲਈ ਕਰ ਰਿਹਾ, ਦੱਸੋ। ਉਹ ਆਏਗਾ ਹਮੇਸ਼ਾ ਸੀ ਆਪਸ਼ਨ, ਪਰਚੇਸਿਸ ਅਕਾਊਂਟ। ਜੇ ਰੀਸੇਲ ਪਰਪਸ ਲਈ ਨਹੀਂ ਹੁੰਦਾ ਉਹ ਮੇਰਾ ਐਕਸਪੈਂਸ ਹੋ ਜਾਂਦਾ, ਠੀਕ ਹੈ। ਸੋ ਜੇ ਰੀਸੇਲ ਪਰਪਸ ਲਈ ਹੈ ਤਾਂ ਹਮੇਸ਼ਾ ਉਹ ਮੇਰੇ ਪਰਚੇਸਿਸ ਅਕਾਊਂਟ ਲਈ ਹੀ ਹੋਏਗਾ। ਜੇ ਮੈਂ ਕੋਈ ਰੋ ਮਟੀਰੀਅਲ ਖਰੀਦਿਆ ਤਾਂ ਉਹਨੂੰ ਬਣਾ ਕੇ ਗੁਡਸ ਨੂੰ ਮੈਂ ਅੱਗੇ ਵੇਚਾਂਗਾ ਹੀ ਵੇਚਾਂਗਾ, ਠੀਕ ਹੈ। ਕੋਸਟਿੰਗ ਇਨਫੋਰਮੇਸ਼ਨ ਕੈਨ ਵੀ ਯੂਜ਼ ਫੋਰ, ਜਿਹੜੀ ਕੋਸਟਿੰਗ ਇਨਫੋਰਮੇਸ਼ਨ ਮੈਂ ਕਿੱਥੇ ਯੂਜ਼ ਕਰ ਸਕਦਾ? ਬਜਟ ਕੰਟਰੋਲ ਐਂਡ ਐਵੋਲੂਸ਼ਨ, ਡਿਟਰਮਾਈਨ ਸਟੈਂਡਰਡ ਕੋਸਟ ਐਂਡ ਵੇਰੀਐਂਸ, ਪ੍ਰਾਈਸਿੰਗ ਐਂਡ ਇਨਵੈਂਟਰੀ ਵੈਲੂਏਸ਼ਨ ਡਿਸੀਜਨਸ, ਜਾਂ ਆਲ ਆਫ ਥੀਸ। ਦੱਸੋ ਕੋਸਟ ਇਨਫੋਰਮੇਸ਼ਨ ਮੈਂ ਕਿੱਥੇ ਯੂਜ਼ ਕਰ ਸਕਦਾ? ਸਟੈਂਡਰਡ ਕੋਸਟ ਕੱਢਣ ਲਈ, ਜਾਂ ਉਹਦੇ ਵੇਰੀਐਂਸ ਕੱਢਣ ਲਈ, ਜਾਂ ਪ੍ਰਾਈਸਿੰਗ ਇਨਵੈਂਟਰੀ ਵੈਲੂਏਸ਼ਨ ਕਰਨ ਲਈ, ਡਿਸੀਜਨ ਲੈਣ ਲਈ, ਜਾਂ ਬਜਟ ਕੰਟਰੋਲ ਕਰਨ ਲਈ, ਜਾਂ ਉਹਦੀ ਐਵੋਲੂਸ਼ਨ ਲਈ। ਦੱਸੋ। ਇਹਦਾ ਆਨਸਰ ਆਏਗਾ ਡੀ। ਮੈਂ ਸਾਰੇ ਚੀਜ਼ਾਂ ਲਈ ਹੀ ਕੋਸਟ ਅਕਾਊਂਟਿੰਗ ਦੀ ਇਨਫੋਰਮੇਸ਼ਨ ਮੈਨੂੰ ਹੈਲਪਫੁਲ ਹੁੰਦੀ ਹੈ, ਠੀਕ ਹੈ। ਵਿਚ ਵਨ ਆਫ ਦਾ ਫੋਲੋਇੰਗ ਟਾਈਪਸ ਆਫ ਕੋਸਟ ਇਜ਼ ਮੋਸਟ ਲਾਈਕਲੀ ਟੂ ਬੀ ਇਨਕਲੂਡਿਡ ਇਨ ਦਾ ਡਿਟਰਮਾਈਨਿੰਗ ਦ ਕੋਸਟ ਆਫ ਇਨਵੈਂਟਰੀ? ਵਿੱਚੋਂ ਕਿਹੜੀ ਟਾਈਪਸ ਆਫ ਕੋਸਟ ਹੈ ਜੋ ਮੋਸਟ ਲਾਈਕਲੀ ਇਨਕਲੂਡ ਹੁੰਦੀ ਹੈ ਜਦੋਂ ਮੈਂ ਕੋਸਟ ਆਫ ਇਨਵੈਂਟਰੀ ਕੱਢ ਰਿਹਾ ਹੁੰਦਾ? ਫਰੇਟ ਇਨ, ਇੰਟਰਸਟ ਕੋਸਟ ਫॉर ਅਮਾਊਂਟ ਬੋਰੋ ਟੂ ਦਾ ਫਾਈਨੈਂਸ ਦੀ ਪਰਚੇਸਿਸ ਆਫ ਇਨਵੈਂਟਰੀ, ਫਰੇਟ ਆਊਟ, ਮਾਰਕੀਟਿੰਗ ਕੋਸਟ। ਦੱਸੋ। ਜਦੋਂ ਮੈਂ ਕੋਸਟ ਆਫ ਇਨਵੈਂਟਰੀ ਦੀ ਗੱਲ ਕਰ ਰਿਹਾ ਹੁੰਦਾ, ਜਦੋਂ ਮੈਂ ਕੋਸਟ ਆਫ ਇਨਵੈਂਟਰੀ ਦੀ ਕੋਸਟ ਬਾਰੇ ਕੈਲਕੂਲੇਟ ਕਰ ਰਿਹਾ ਹੁੰਦਾ, ਤਾਂ ਉਦੋਂ ਮੈਂ ਕਿਹੜੀ ਟਾਈਪ ਆਫ ਕੋਸਟ ਨੂੰ ਹਮੇਸ਼ਾ ਇਨਕਲੂਡ ਕਰਾਂਗਾ? ਇਹਦਾ ਆਨਸਰ ਕੀ ਆ ਜਾਏਗਾ? ਇਹ ਆਪਸ਼ਨ ਆ ਜਾਏਗਾ, ਠੀਕ ਹੈ ਫਰੈਂਡਸ, ਫਰੇਟ ਇਨ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਕੁਐਸਚਨ, ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਕੁਐਸਚਨ ਇਜ਼ ਕਰੈਕਟ ਐਂਡ ਯੂਜ਼ਡ ਇਨ ਦਾ ਕੋਸਟਿੰਗ? ਦੱਸੋ ਇਹ 'ਚ ਕਿਹੜੀ ਕੁਐਸਚਨ ਠੀਕ ਹੈ? ਹੁਣ ਤੱਕ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ, ਦੱਸੋ ਮੈਨੂੰ।
दसो ਇਹਦਾ ਕੀ ਆਨਸਰ ਆਏਗਾ। ਤੁਹਾਨੂੰ ਮੈਂ ਕਾਫੀ ਟਾਈਮ ਦੇਤਾ, ਕੋਈ ਆਨਸਰ ਨਿਕਲਿਆ ਤੁਹਾਡੇ ਤੋਂ? ਦੱਸੋ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦਿਓ, ਠੀਕ ਹੈ। ਵੈਸੇ ਤੁਹਾਨੂੰ ਮੈਂ ਦੱਸ ਦਿੰਦਾ ਕਿ ਐਕਚੁਅਲ 'ਚ ਕੋਸਟ ਆਫ ਗੁੱਡਸ ਸੋਲਡ ਕਿਵੇਂ ਨਿਕਲਦਾ। ਓਪਨਿੰਗ ਕਰਦੇ ਹਾਂ ਆਪਾਂ, ਠੀਕ ਹੈ, ਪਲੱਸ ਪਰਚੇਜ਼ਿਸ ਕਰਦੇ ਹਾਂ, ਪਲੱਸ ਡਾਇਰੈਕਟ ਐਕਸਪੈਂਸਿਸ ਕਰਦੇ ਹਾਂ, ਮਾਈਨਸ ਕਲੋਜ਼ਿੰਗ ਸਟਾਕ ਕਰਦੇ ਹਾਂ। ਤੁਹਾਨੂੰ ਮੈਂ ਇੱਕ ਹਿੰਟ ਵੀ ਦੇ ਦਿੰਦਾ ਕਿ ਸਪੋਜ਼ ਕਰੋ ਆਪਾਂ ਨੂੰ ਕੋਸਟ ਆਫ ਗੁੱਡਸ ਸੋਲਡ ਦਿੱਤਾ ਪਿਆ ਹੋਵੇ, ਠੀਕ ਹੈ, ਅਤੇ ਆਪਾਂ ਉਲਟਾ ਵੀ ਚੱਲ ਸਕਦੇ ਹਾਂ। ਜੋ ਚੀਜ਼ ਆਪਾਂ ਪਲੱਸ ਕਰਦੇ ਹੁੰਦੇ ਹਾਂ ਉਹ ਆਪਾਂ ਮਾਈਨਸ ਵੀ ਕਰ ਸਕਦੇ ਹਾਂ, ਜੋ ਮਾਈਨਸ ਕਰਦੇ ਹੁੰਦੇ ਹਾਂ ਉਹ ਪਲੱਸ ਵੀ ਕਰ ਸਕਦੇ ਹਾਂ। ਕੋਈ ਚੀਜ਼ ਕੱਢਣੀ ਹੋਵੇ, ਭਾਵੇਂ ਆਪਾਂ ਨੂੰ ਪਰਚੇਜ਼ਿਸ ਕੱਢਣੇ ਹੋਣ, ਭਾਵੇਂ ਓਪਨਿੰਗ ਸਟਾਕ ਕੱਢਣਾ ਹੋਵੇ, ਭਾਵੇਂ ਕਲੋਜ਼ਿੰਗ ਸਟਾਕ ਕੱਢਣਾ ਹੋਵੇ। ਜੋ ਚੀਜ਼ ਪਲੱਸ ਆ ਉਹਨੂੰ ਮਾਈਨਸ ਵੀ ਕੱਢ ਸਕਦੇ ਹਾਂ, ਜੋ ਮਾਈਨਸ ਆ ਉਹਨੂੰ ਪਲੱਸ ਕੱਢ ਕੇ ਵੀ ਆਪਾਂ ਆਨਸਰ ਕੱਢ ਸਕਦੇ ਹਾਂ। ਕਿਉਂਕਿ ਆਪਾਂ ਉਲਟਾ ਵੀ ਚੱਲ ਸਕਦੇ ਹਾਂ। ਜੇ ਆਪਾਂ ਪਲੱਸ ਓਪਨਿੰਗ ਪਲੱਸ ਡਾਇਰੈਕਟ ਐਕਸਪੈਂਸਿਸ, ਠੀਕ ਹੈ, ਕੀ ਨਾਮ ਹੈ, ਪਲੱਸ ਪਰਚੇਸਿਸ ਮਾਈਨਸ ਕਲੋਜ਼ਿੰਗ ਸਟਾਕ ਕਰਕੇ ਜੇ ਆਪਣੇ ਤੋਂ ਕੋਸਟ ਆਫ ਗੁੱਡਸ ਸੋਲਡ ਨਿਕਲਦਾ, ਜੇ ਕੋਸਟ ਆਫ ਗੁੱਡਸ ਸੋਲਡ ਤੋਂ ਹੀ ਆਪਾਂ ਉਲਟਾ ਚੱਲੀਏ ਕਲੋਜ਼ਿੰਗ ਸਟਾਕ ਨੂੰ ਪਲੱਸ ਕਰਕੇ ਮਾਈਨਸ ਡਾਇਰੈਕਟ ਐਕਸਪੈਂਸਿਸ ਕਰਕੇ ਜਾਂ ਮਾਈਨਸ ਓਪਨਿੰਗ ਸਟਾਕ ਕਰਕੇ ਪਰਚੇਸਿਸ ਵੀ ਨਿਕਲ ਸਕਦਾ, ਠੀਕ ਹੈ, ਜਾਂ ਮਾਈਨਸ ਪਰਚੇਸਿਸ ਕਰਕੇ ਓਪਨਿੰਗ ਸਟਾਕ ਵੀ ਨਿਕਲ ਸਕਦਾ। ਸੋ ਤੁਹਾਡਾ ਉਰੇ ਆਨਸਰ ਨਿਕਲ ਜਾਣਾ ਚਾਹੀਦਾ ਕਿ ਕਿਹੜੀ ਇਕੁਏਸ਼ਨ ਵਿੱਚ ਸੈੱਟ ਬੈਠੇਗੀ, ਠੀਕ ਹੈ। ਦ ਸਿਨੋਨੀਅਮਸ ਆਫ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਆ, ਇਹਦਾ ਸਿਨੋਨੀਅਮ ਕਿਹੜਾ ਹੋਏਗਾ ਫਾਈਨੈਂਸ਼ੀਅਲ ਸਟੇਟਮੈਂਟ ਦਾ? ਦੱਸੋ। ਫਾਈਨੈਂਸ਼ੀਅਲ ਐਨਾਲਾਈਸਿਸ, ਰਿਪੋਰਟਸ, ਸਟੈਟਿਸਟਿਕਸ, ਫਾਈਨੈਂਸ਼ੀਅਲ ਮੈਨੇਜਮੈਂਟ। ਦੱਸੋ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਆਪਾਂ ਉਹ ਕਿਸ ਤਰ੍ਹਾਂ ਕਿਹਾ ਜਾ ਸਕਦਾ? ਇਹਦਾ ਆਨਸਰ ਆਏਗਾ ਬੀ, ਫਾਈਨੈਂਸ਼ੀਅਲ ਰਿਪੋਰਟਸ, ਠੀਕ ਹੈ ਫਰੈਂਡਸ। ਪ੍ਰੋਫਿਟ ਇਜ਼ ਦ ਡਿਫਰੈਂਸ ਬਿਟਵੀਨ, ਦੱਸੋ, ਐਸਟ ਐਂਡ ਲਾਇਬਿਲਿਟੀ, ਐਸਟ ਐਂਡ ਇਕੁਇਟੀਜ਼, the asset purchased with the cash contributed by the owner and the cash spent to the operate the business, asset received for the goods and service and the amount used to provide the goods and services। ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਪ੍ਰੋਫਿਟ ਕਿਸ ਕਿਸ ਦਾ ਡਿਫਰੈਂਸ ਹੁੰਦਾ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੇਣਾ, ਠੀਕ ਹੈ ਫਰੈਂਡਸ। ਇਸਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਜਿੰਨੇ ਵੀ ਤੁਸੀਂ ਕਮੈਂਟ ਕਰੋਗੇ, ਠੀਕ ਹੈ ਨਾ, ਆਪਣੇ ਡਾਊਟਸ ਰੱਖੋਗੇ, ਠੀਕ ਹੈ, ਉਹ ਡਾਊਟਸ ਨਹੀਂ, ਜੇ ਤੁਹਾਡੇ ਆਨਸਰ ਠੀਕ ਹੋਣਗੇ ਮੈਂ ਉਨੀ ਜਲਦੀ ਉਹਦਾ ਆਨਸਰ ਮੈਂ ਤੁਹਾਨੂੰ ਪ੍ਰੋਵਾਈਡ ਜ਼ਰੂਰ ਕਰ ਦਾਂਗਾ, ਠੀਕ ਹੈ। ਕਿਉਂਕਿ ਮੈਂ ਦੇਖਣਾ ਸੀ ਨਾ ਕਿ ਮੇਰੇ ਕੋਲ ਕੁਐਸਚਨ, ਹੁਣ ਮੈਂ ਤੁਹਾਨੂੰ ਕੁਐਸਚਨ ਪੁੱਛਾਂ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਆਨਸਰ ਨਾ ਦਿਓ, ਆਪਣੇ ਆਨਸਰ ਤੁਸੀਂ ਐਕਸਪਲੇਨ ਨਾ ਕਰੋ ਕਿ ਮੇਰੇ ਇਹ ਆਨਸਰ ਹੈ, ਤਾਂ ਮੈਂ ਤੁਹਾਨੂੰ ਅਗਲੇ ਲੈਕਚਰ ਵਿੱਚ ਐਕਸਪਲੇਨ ਕਰ ਦੇਵਾਂ, ਫਿਰ ਫਾਇਦਾ ਕੀ ਹੋਏਗਾ ਮੇਰੇ ਪੁੱਛਣ ਦਾ? ਤੁਹਾਡੇ ਆਨਸਰ ਆਉਣਗੇ, ਜਿਸ 'ਚੋਂ ਜੇ ਕੋਈ ਗਲਤ ਹੋਏਗਾ ਫਿਰ ਤੁਹਾਨੂੰ ਮੈਂ ਉਸੀ ਕਮੈਂਟਸ 'ਚ ਰਿਪਲਾਈ ਵੀ ਤਾਂ ਕਰਾਂਗਾ ਨਾ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ, ਠੀਕ ਹੈ ਨਾ। ਜੇ ਮੈਂ ਹੀ ਪੁੱਛ ਕੇ ਮੈਂ ਐਕਸਪਲੇਨ ਕਰਦਾ ਤਾਂ ਕੀ ਫਾਇਦਾ ਹੋਏਗਾ, ਠੀਕ ਹੈ ਨਾ। ਹੁਣ ਜਿਨ੍ਹਾਂ ਵਿੱਚ ਆਨਸਰ ਆਏ ਨਾ, ਪਿੱਛੇ ਤੁਸੀਂ ਵੀਡੀਓ ਦੇਖਿਓ, ਉਹ 'ਚ ਮੈਂ ਐਕਸਪਲੇਨ ਕੀਤੇ ਹੈ, ਠੀਕ ਹੈ ਨਾ। ਜਿਸ ਵਿੱਚ ਮੇਰਾ ਕਮੈਂਟ 'ਚ ਬੱਚਿਆਂ ਨੇ ਕੰਟਰੀਬਿਊਟ ਹੀ ਨਹੀਂ ਕੀਤਾ, ਮਤਲਬ ਕਿ ਪਾਰਟੀਸਪੇਟ ਹੀ ਨਹੀਂ ਕੀਤਾ, ਤਾਂ ਮੈਂ ਫਿਰ ਕਿਵੇਂ ਉਸਦਾ ਐਕਸਪਲੇਨ ਕਰ ਦੇਵਾਂ? ਮੈਨੂੰ ਜਦ ਤੱਕ ਉਹਦੇ ਕੁਛ 4 8 9 ਬੱਚਿਆਂ ਦੇ ਮੈਨੂੰ ਆਨਸਰ ਨਹੀਂ ਆ ਜਾਂਦੇ, ਤਾਂ ਮੈਨੂੰ ਫਿਰ ਉਹਨਾਂ 'ਚੋਂ ਮੈਨੂੰ ਐਨਾਲਾਈਜ਼ ਹੋਏਗਾ ਨਾ ਕਿ ਕਿਹੜੇ ਕਿਹੜੇ ਬੱਚਿਆਂ ਨੇ ਠੀਕ ਕੀਤਾ, ਫਿਰ ਮੈਂ ਇੱਕ ਆਪਣਾ ਆਨਸਰ ਉੱਥੇ ਐਕਸਪਲੇਨ ਕਰਾਂ, ਠੀਕ ਹੈ। ਜੇ ਮੈਂ ਹੀ ਪੁੱਛ ਕੇ ਮੈਂ ਐਕਸਪਲੇਨ ਕਰਦਾ ਫਿਰ ਤੁਹਾਡਾ ਕੀ ਫਾਇਦਾ ਹੋਏਗਾ? ਮੈਂ ਤੁਹਾਡੇ ਲਈ ਹੀ ਕਰ ਰਿਹਾ, ਠੀਕ ਹੈ ਨਾ। ਤੁਸੀਂ ਇੱਕ ਵਾਰੀ ਕਮੈਂਟ 'ਚ ਪਾਓ ਤਾਂ ਸੀ ਨਾ, ਮੈਂ ਆਪੇ ਐਕਸਪਲੇਨ ਕਰਦਾ, ਇਹ ਮੇਰੀ ਡਿਊਟੀ ਹੈ, ਠੀਕ ਹੈ। ਮੈਂ ਚਾਹੁੰਦਾ ਤੁਹਾਡਾ ਕੋਈ ਕੁਐਸਚਨ ਗਲਤ ਨਾ ਹੋਵੇ, ਤੁਹਾਨੂੰ ਕਿੱਥੇ ਵੀ ਕਨਫਿਊਜ਼ਨ ਨਾ ਹੋਵੇ। ਜੇ ਕਿਤੇ ਕਨਫਿਊਜ਼ਨ ਹੈ ਤਾਂ ਜ਼ਰੂਰ ਦੱਸੋ ਮੈਨੂੰ, ਠੀਕ ਹੈ, ਠੀਕ ਹੈ ਨਾ ਫਰੈਂਡਸ। अगला क्वेश्चन है, द फॉलोइंग आर दी इन्वेंटरीज ऑफ द मैन्युफैक्चरिंग कंसर्न कंसैप्ट। ਕਿਹੜੀ ਇਨਵੈਂਟਰੀ ਜਿਹੜੀ ਮੈਨੂਫੈਕਚਰਿੰਗ ਦੀ ਕੰਸੈप्ट दी है? दसो दसो। फ्यूल एंड पावर, वर्किंग प्रोग्रेस, फिनिश गुड्स, रॉ मटीरियल। ਕਿਹੜੀ ਇਨਵੈਂਟਰੀ ਜਿਹੜੀ ਹੈ ਮੈਨੂਫੈਕਚਰਿੰਗ ਕੰਸਰਨ ਕੰਸੈप्ट, ਸੋਰੀ ਉਹਦੇ ਕੁਐਸਚਨ ਇਹ ਪੁੱਛਿਆ, ਫੋਲੋਇੰਗ ਆਰ ਦੀ ਇਨਵੈਂਟਰੀਜ਼ ਆਫ ਦੀ ਮੈਨੂਫੈਕਚਰਿੰਗ ਕੰਸਰਨ ਐਕਸੈਪਟ, ਕਿਹਨੂੰ ਛੱਡ ਕੇ ਜਿਹੜੀਆਂ ਬਾਕੀ ਇਨਵੈਂਟਰੀਆਂ ਤਾਂ ਮੈਨੂਫੈਕਚਰਿੰਗ ਕੰਸਰਨ ਦੀ, ਇੱਕ ਜਿਹੜੀ ਆ ਉਹ ਮੈਨੂਫੈਕਚਰਿੰਗ ਕੰਸਰਨ ਦੀ ਨਹੀਂ ਹੈ, ਸੋਰੀ। ਦੱਸੋ। ਫਿਊਲ ਐਂਡ ਪਾਵਰ, ਵਰਕਿੰਗ ਪ੍ਰੋਸੈਸ, ਫਿਨਿਸ਼ ਗੁੱਡਸ, ਰॉ ਮਟੀਰੀਅਲ। ਕਿਹੜੀ ਮੈਨੂਫੈਕਚਰਿੰਗ ਕੰਸਰਨ ਐਕਸੈਪਟ ਕਿਹਨੂੰ ਛੱਡ ਕੇ ਨਹੀਂ ਹੋ ਸਕਦੀ? ਦੱਸੋ ਕਿਹੜੀ ਨਹੀਂ ਹੋ ਸਕਦੀ, ਮਤਲਬ
ਉਰੇ ਇਹ ਪੁੱਛ ਰਿਹਾ ਕਿ ਜਿਹੜਾ ਮੈਨੂਫੈਕਚਰਿੰਗ 'ਚ ਜਿਹੜੀ ਇਨਵੈਂਟਰੀਜ਼ ਆਉਂਦੀਆਂ ਨੇ, ਜੇ ਤੁਹਾਨੂੰ ਮੇਰਾ ਕੋਸਟ ਸ਼ੀਟ ਦਾ ਪਰਫੋਰਮਾ ਦੇਖਿਆ ਹੋਵੇ, ਉਹ ਜਿਹੜੇ ਮੈਂ ਮੈਨੂਫੈਕਚਰਿੰਗ 'ਚ ਜਿਹੜੇ ਜਿਹੜੇ ਪਾਰਟ ਖਰਚੇ ਆਉਂਦੇ ਨੇ ਜਾਂ ਜੇ ਕੋਈ ਵੀ ਮਟੀਰੀਅਲ ਆਉਂਦਾ ਹੈ, ਇਹਨਾਂ ਵਿੱਚੋਂ ਕਿਹੜਾ ਇੱਕ ਐਸਾ ਹੈ ਜੋ ਉਸਦਾ ਪਾਰਟ ਨਹੀਂ ਹੈ? ਇਹਦਾ ਆਨਸਰ ਆਏਗਾ ਸੀ ਆਪਸ਼ਨ। ਕਿਉਂ ਸੀ ਆਪਸ਼ਨ? ਕਿਉਂਕਿ ਜਿਹੜਾ ਵਰਕਿੰਗ ਪ੍ਰੋਗਰੈਸ ਹੈ ਉਹ ਤਾਂ ਮੈਨੂਫੈਕਚਰਿੰਗ ਵਿੱਚ ਆਉਂਦਾ। ਤੁਹਾਨੂੰ ਦੇਖਿਆ ਸੀ ਨਾ, ਜੋ ਤੁਹਾਨੂੰ ਮੈਂ ਪਰਫੋਰਮਾ ਕਰਾਇਆ ਸੀ ਅਤੇ ਇੱਕ ਨੂਮੈਰੀਕਲ ਵੀ ਕਰਾਇਆ ਸੀ, ਓਪਨਿੰਗ ਵਰਕਿੰਗ ਪ੍ਰੋਗਰੈਸ ਐਡ ਹੁੰਦਾ ਮਾਈਨਸ ਕਲੋਜ਼ਿੰਗ ਵਰਕਿੰਗ ਪ੍ਰੋਗਰੈਸ ਮਾਈਨਸ ਹੁੰਦਾ ਹੈ। ਜਿਹੜਾ ਫਿਨਿਸ਼ ਗੁੱਡਸ ਹੈ ਉਹ ਓਪਨਿੰਗ ਵਾਲਾ ਅਤੇ ਕਲੋਜ਼ਿੰਗ ਵਾਲਾ ਕਦੀ ਮੈਨੂਫੈਕਚਰਿੰਗ ਵਿੱਚ ਨਹੀਂ ਆਉਂਦਾ। ਠੀਕ ਹੈ ਫਰੈਂਡਸ, ਤਾਂ ਉਹਦੇ ਕਿਹੜਾ ਆਪਸ਼ਨ ਆ ਜਾਏਗਾ? ਸੀ। ਠੀਕ ਹੈ ਫਰੈਂਡਸ, ਅੱਜ ਤੁਹਾਡੇ ਤੋਂ ਮੈਂ 20 ਕੁਐਸਚਨ MCQs ਕੀਤੇ ਹੈ, ਆਪਾਂ ਨੇ ਕੁਛ ਕੋਸਟ ਅਕਾਊਂਟਿੰਗ ਦੇ ਟਰਮ ਸਮਝੇ ਹੈ, ਅਤੇ ਜਿਹੜੇ ਕੁਐਸਚਨ ਤੁਹਾਨੂੰ ਮੈਂ ਪੁੱਛੇ ਨੇ ਇਸਦਾ ਆਨਸਰ ਤੁਸੀਂ ਮੈਨੂੰ ਜ਼ਰੂਰ ਦੇਣਾ। ਠੀਕ ਹੈ ਨਾ, ਮੈਂ ਹਰੇਕ ਜਿਸ ਲੈਕਚਰ 'ਚ ਤੁਹਾਡੇ ਤੋਂ ਮੈਂ ਕੁਐਸਚਨ ਦਾ ਪੁੱਛ ਰਿਹਾ ਨਾ, ਮੈਂ ਉਸਦਾ ਐਕਸਪਲੇਨ ਕਰਨਾ ਹੀ ਕਰਨਾ ਹੈ। ਠੀਕ ਹੈ ਨਾ, ਤੁਸੀਂ ਇਹ ਚਿੰਤਾ ਨਾ ਕਰੋ ਮੈਂ ਐਕਸਪਲੇਨ ਨਹੀਂ ਕਰਨਾ। ਠੀਕ ਹੈ, ਮੈਂ ਉਸ ਵਿੱਚ ਐਕਸਪਲੇਨ ਕਰ, ਤੁਸੀਂ ਮੈਨੂੰ ਇੱਕ ਵਾਰੀ ਆਨਸਰ ਤਾਂ ਪ੍ਰੋਵਾਈਡ ਕਰੋ ਨਾ। ਤੁਸੀਂ ਆਨਸਰ ਪ੍ਰੋਵਾਈਡ ਕਰੋਗੇ ਅਤੇ ਤੁਹਾਡਾ ਹੀ ਹੈਲਪਫੁਲ ਹੋਣਾ। ਠੀਕ ਹੈ ਨਾ, ਐਸਾ ਨਹੀਂ ਹੈ ਕਿ ਮੈਨੇ ਕਿੱਥੇ ਪਿੱਛੇ ਹਟ ਜਾਣਾ। ਠੀਕ ਹੈ ਨਾ, ਮੈਂ ਤੁਹਾਡੇ ਲਈ ਹੀ ਕਰ ਰਿਹਾ, ਕਿਉਂਕਿ ਮੈਂ ਚਾਹੁੰਦਾ ਕਿ ਤੁਹਾਡੇ ਤੋਂ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਹਾਨੂੰ ਕੋਈ ਵੀ ਡਾਊਟ ਹੈ, ਇਹ ਤਾਂ ਹੈ ਨਹੀਂ ਜੇ ਤੁਸੀਂ ਅਕਾਊਂਟਿੰਗ ਸਮਝ ਰਹੇ ਤੁਹਾਨੂੰ ਡਾਊਟ ਨਾ ਹੋਵੇ, ਡਾਊਟ ਹੋਏਗਾ। ਐਸਾ ਨਹੀਂ ਹੈ ਕਿ ਤੁਹਾਨੂੰ ਡਾਊਟ ਨਾ ਹੋਵੇ। ਜੇ ਡਾਊਟ ਹੈ ਤਾਂ ਤੁਸੀਂ ਕਮੈਂਟ ਕਰੋ, ਮੈਂ ਉਹਦਾ ਰਿਪਲਾਈ ਕਰਾਂਗਾ। ਠੀਕ ਹੈ ਨਾ ਫਰੈਂਡਸ, ਓਕੇ। ਠੀਕ ਹੈ ਨਾ ਫਰੈਂਡਸ, ਥੈਂਕ ਯੂ।